ਬਾਰ ਬਾਰ ਜਗਦੀਸ਼ਾ ਨਾਮ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਬਾਲੇ ਕੇ ਪੰਕਜ ਆਨਨ ਤੇ ਇਤਿਹਾਸ ਬਣਿਓ ਮਕਰੰਦ ਸੁਹਾਇਓ। ਸ਼੍ਰੀ ਗੁਰ ਅੰਗਦ ਜੀ ਸੁਣ ਕੇ ਮਨ ਭੌਰ ਭਇਓ ਬਹੁਤ ਹੁਲਸਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵੱਡੇ ਭਾਗ ਹਨ। ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਆਪ ਜੀਆਂ ਨੇ ਬੜੇ ਪਿਆਰ ਸਹਿਤ ਬੜੀ ਨਿਮਰਤਾ ਸਹਿਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸਤਿਗੁਰਾਂ ਦੇ ਹਜ਼ੂਰ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਹੁਣ ਸਮਾਂ ਹੈ ਗੁਰ ਇਤਿਹਾਸ ਦੀ ਵਿਚਾਰ ਦਾ। ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ, ਜਾਹਰ ਪੀਰ ਜਗਤ ਗੁਰ ਬਾਬਾ। ਧੰਨ ਨਾਨਕ ਤੇਰੀ ਵੱਡੀ ਕਮਾਈ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਐਸੀਆਂ ਅਜ਼ਮਤਾਂ ਦੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਚੱਲ ਰਿਹਾ ਹੈ। ਪ੍ਰਸੰਗ ਜੋ ਆਪ ਜੀਆਂ ਨੇ ਸਤਿਕਾਰਯੋਗ ਸਿੰਘ ਸਾਹਿਬਾਨ ਜੀ ਪਾਸੋਂ ਬੜੇ ਪਿਆਰ ਬੜੇ ਅਦਬ ਸਹਿਤ ਸਰਵਣ ਕੀਤਾ ਹੈ, ਉਹ ਹੈ ਸਿੱਧਾਂ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਵਿਚਾਰ ਗੋਸ਼ਟ ਹੋਈ ਹੈ, ਜਿਨ੍ਹਾਂ ਦਾ ਮੁਖੀ ਗੋਰਖਨਾਥ ਹੈ, ਜਿਨ੍ਹਾਂ ਦਾ ਮਤ ਜਿਹੜਾ ਹੈ ਯੋਗ ਦੇ ਵਿੱਚ ਹੱਠ ਯੋਗ ਦੇ ਨਾਲ ਸੰਬੰਧਿਤ ਹੈ। ਕਿਉਂਕਿ ਜਦੋਂ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ, ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਆਗਮਨ ਹੋਇਆ, ਉਸ ਸਮੇਂ ਮੁੱਖ ਰੂਪ ਵਿੱਚ 3 ਕੌਮਾਂ ਦਾ ਜ਼ਿਕਰ ਆਉਂਦਾ ਹੈ। ਜਿੱਥੇ ਕਾਜ਼ੀਆਂ ਦਾ ਇਸਲਾਮ ਦਾ ਜ਼ਿਕਰ ਆਉਂਦਾ ਹੈ, ਹਿੰਦੂ ਧਰਮ ਦੇ ਪੰਡਤਾਂ ਦਾ ਜ਼ਿਕਰ ਆਉਂਦਾ ਹੈ, ਉੱਥੇ ਹੀ ਬੜੇ ਵੱਡੇ ਰੂਪ ਦੇ ਵਿੱਚ ਯੋਗ ਮਤ ਦਾ ਜ਼ਿਕਰ ਵੀ ਆਉਂਦਾ ਹੈ। ਯੋਗ ਮਤ ਬਾਰੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਸਾਨੂੰ ਗਿਆਨ ਬਖਸ਼ਿਆ, ਸਾਨੂੰ ਮਤ ਬਖਸ਼ੀ, ਜੋਗੀ ਜੁਗਤ ਨਾ ਜਾਣੈ ਅੰਧ, ਕਿ ਅਸਲ ਵਿੱਚ ਜੋਗੀਆਂ ਨੇ
ਅਸਲ ਜੁਗਤ ਨੂੰ ਨਹੀਂ ਸਮਝਿਆ। ਜੋਗ ਸ਼ਬਦ ਦਾ ਜਿਹੜਾ ਅਰਥ ਹੈ, ਇਹਦਾ ਅਰਥ ਬੜਾ ਉੱਚਾ ਹੈ ਕਿ ਪਰਮਾਤਮਾ ਦੇ ਨਾਲ ਮਿਲਾਪ, ਪਰਮਾਤਮਾ ਦੇ ਨਾਲ ਲਿਵ ਜੋੜਨੀ। ਪਰ ਜਦੋਂ ਆਪਾਂ ਇਹਦਾ ਵਿਸਥਾਰ ਦੇਖਾਂਗੇ, ਉਸ ਸਮੇਂ ਜੋ ਇਸ ਯੋਗ ਦੀ ਉਦਾਹਰਨ ਸੰਸਾਰ ਵਿੱਚ ਸੀ, ਉਹ ਦੋ ਤਰ੍ਹਾਂ ਦੀ ਸੀ। ਜਿਨ੍ਹਾਂ ਦੇ ਵਿੱਚ ਮੁੱਖ ਰੂਪ ਵਿੱਚ ਹਠ ਯੋਗ ਵਾਲੇ ਆਪਣੇ ਆਪ ਨੂੰ ਬੜਾ ਉੱਤਮ ਸਮਝਦੇ ਸਨ। ਹਠ ਯੋਗ ਦਾ ਮੁਖੀ ਜਿਹੜਾ ਹੈ, ਇਹ ਗੋਰਖਨਾਥ ਆ। ਇਹਨਾਂ ਦੇ ਜੀਵਨ ਦਾ ਜਿਹੜਾ ਸਿਧਾਂਤ ਸੀ, ਉਹ ਸੰਸਾਰ ਨੂੰ ਤਿਆਗਣ ਦਾ ਸੀ। ਸੰਸਾਰ ਨੂੰ ਤਿਆਗਣ ਦਾ ਤੇ ਸੀ, ਪਰ ਇੱਕ ਮਨ ਵਿੱਚ ਇਹ ਗੱਲ ਰਹਿੰਦੀ ਸੀ, ਕਿਸੇ ਤਰ੍ਹਾਂ ਸੰਸਾਰੀ ਸਾਡੇ ਤੋਂ ਡਰਨ, ਸਾਡੇ ਅੱਗੇ ਆ ਕੇ ਫਰਿਆਦੀ ਹੋਣ, ਸਾਡੇ ਕੋਲੋਂ ਵਰ ਤੇ ਸਰਾਪ ਪ੍ਰਾਪਤ ਕਰਨ। ਵਰ ਸਰਾਪ ਤੋਂ ਭਾਵ ਇਹ ਹੈ ਕਿ ਜਿਹੜਾ ਇਹਨਾਂ ਨੂੰ ਮੰਨ ਲੈਂਦਾ ਸੀ, ਇਹਨਾਂ ਦੇ ਅੱਗੇ ਆਪਣਾ ਅਕੀਦਾ ਭੇਟ ਕਰ ਦਿੰਦਾ ਸੀ, ਆਪਣੀਆਂ ਵਸਤੂਆਂ ਇਹਨਾਂ ਨੂੰ ਦੇ ਦਿੰਦਾ ਸੀ, ਉਹਨੂੰ ਵਰ ਦਿੰਦੇ ਸਨ। ਜਿਹੜਾ ਨਹੀਂ ਦਿੰਦਾ ਸੀ, ਉਹਨਾਂ ਨੂੰ ਸਰਾਪ ਦਾ ਡਰ ਦਿੰਦੇ ਸਨ। ਇਸ ਤਰ੍ਹਾਂ ਦੇ ਨਾਲ ਦੂਸਰਾ ਇਹਨਾਂ ਦੇ ਮਨਾਂ ਵਿੱਚ ਇਹ ਖਿਆਲ ਸੀ ਕਿ ਆਪਣੇ ਸਵਾਸਾਂ ਨੂੰ ਰੋਕ ਕੇ ਉਮਰ ਲੰਬੇਰੀ ਕਰਨ ਦਾ ਇਹਨਾਂ ਦੇ ਵਿੱਚ ਜ਼ਿਕਰ ਆਉਂਦਾ ਹੈ। ਔਰ ਜਿਨ੍ਹਾਂ ਸਿੱਧਾਂ ਦੇ ਨਾਲ ਇਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਿਚਾਰ ਹੋ ਰਹੀ ਹੈ, ਇਹ ਕੋਈ ਛੋਟੀ ਉਮਰ ਦੇ ਨਹੀਂ ਸਨ। ਇਹਨਾਂ ਯੋਗ ਮਤ ਬਾਰੇ ਪੜ੍ਹਨਾ ਹੋਵੇ, ਇਹਨਾਂ ਦੇ ਜਿਹੜੇ ਉਸ ਸਮੇਂ ਊਣਤਾਈਆਂ ਸੀ, ਜੇ ਪੜ੍ਹਨੀਆਂ ਹੋਣ ਸਾਨੂੰ ਸਿੱਧ ਗੋਸ਼ਟ ਬਾਣੀ ਦੇ ਵਿੱਚੋਂ ਔਰ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸਿੱਖਿਆ ਮਿਲਦੀ ਹੈ। ਜਦੋਂ ਆਪਾਂ ਬਾਣੀ ਪੜ੍ਹਦੇ, ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਨਵਾਂ ਖੰਡਾ ਵੀ ਜਾਣੀਐ ਨਾਲ ਚਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਉੱਥੇ ਜਿਹੜੀਆਂ ਚਾਰ ਪੌੜੀਆਂ, ਮੁੰਦਾ ਸੰਤੋਖ, ਸਰਮਪਦ ਝੋਲੀ, ਧਿਆਨ ਕੀ ਕਰਹਿ ਬੇਭੂਤ, ਖਿੰਥਾ ਕਾਲ, ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਦਿਸ਼ਾ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹਨਾਂ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚੇ ਯੋਗ ਦੀ ਗੱਲ ਕੀਤੀ ਕਿ ਜੋਗੀ, ਜੇ ਤੂੰ ਇਸ ਢੰਗ ਦੇ ਨਾਲ ਯੋਗ ਕਮਾਵੇਂ, ਯੋਗ ਮਤ ਵੀ ਮਾੜਾ ਨਹੀਂ ਹੈ। ਜੋ ਹਰ ਮਤ ਦੇ ਅੰਦਰ ਮਤ ਕੋਈ ਵੀ ਮਾੜਾ ਨਹੀਂ ਹੁੰਦਾ, ਪਰ ਲੋਕਾਂ ਦੇ ਜੀਵਨ ਕਰਕੇ ਹੀ ਕਈ ਮਤਾਂ ਨੂੰ ਮਾੜਾ ਲੋਕ ਆਖਦੇ ਨੇ। ਪਰ ਐਸੇ ਲੋਕ ਜਿਹੜੇ ਹੁੰਦੇ ਨੇ, ਲਗਭਗ ਹਰ ਮਤ ਵਿੱਚ ਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਧ ਗੋਸ਼ਟ ਬਾਣੀ ਵਿੱਚ ਜਦੋਂ ਸਿੱਧਾਂ ਨੇ ਇਹ ਸਵਾਲ ਪੁੱਛਿਆ, ਤੁਸੀਂ ਸੰਸਾਰ ਤੇ ਕਿਉਂ ਆਏ ਹੋ, ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤਾ, ਗੁਰਮੁਖ ਖੋਜਤ ਭਏ ਉਦਾਸੀ। ਕਹਿੰਦੇ ਸਾਡਾ ਸੰਸਾਰ ਵਿੱਚ ਆਉਣ ਦਾ ਕਾਰਨ, ਤੁਹਾਡੇ ਕੋਲ ਆਉਣ ਦਾ ਕਾਰਨ ਗੁਰਮੁਖਾਂ ਦੀ ਖੋਜ ਕਰਨਾ, ਰੱਬੀ ਪਿਆਰਿਆਂ ਦੀ ਭਾਲ ਕਰਨਾ ਹੈ। ਇਹ ਭਾਲ ਕਿਉਂ ਕਰਨੀ ਪਈ ਕਿ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਸਮਝ ਸੀ ਪਰਮੇਸ਼ਰ ਦੇ ਗਿਆਨ ਦੀ, ਉਹਨਾਂ ਨੇ ਸੰਸਾਰ ਤੋਂ ਕਿਨਾਰਾ ਕਰ ਲਿਆ ਸੀ। ਉਹਨਾਂ ਨੇ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਸੀ। ਇਸੇ ਕਰਕੇ ਬਨਪ੍ਰਸਤੀ ਜਾਂ ਇਹ ਪਰਬਤਾਂ ਦੀਆਂ ਗੁਫਾਵਾਂ ਵਿੱਚ ਜਾ ਕੇ ਬੈਠਣਾ, ਇਹ ਆਰੰਭ ਹੋਇਆ। ਗੁਰਮਤਿ ਨੇ ਆਖਿਆ, ਨਹੀਂ ਭਾਈ, ਜੇ ਤੁਸੀਂ ਆਪਣੇ ਪਰਿਵਾਰ ਵਿੱਚ ਰਹਿੰਦੇ ਹੋ, ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋ, ਕਿਉਂਕਿ ਸਾਨੂੰ ਜਿਹੜਾ ਜੀਵਨ ਮਿਲਿਆ ਹੈ ਨਾ, ਇਕੱਲਾ ਆਪਣੇ ਨਿੱਜ ਵਾਸਤੇ ਨਹੀਂ ਮਿਲਿਆ। ਇਹ ਸਾਨੂੰ ਜਿਵੇਂ ਕੁਦਰਤ ਰੱਬ ਨੇ ਸਾਜੀ ਹੈ, ਕੁਦਰਤ ਤੋਂ ਸਾਨੂੰ ਇਹਦੇ ਵਿੱਚੋਂ ਬੜੀ ਸਿੱਖਿਆ ਮਿਲਦੀ ਹੈ
ਇੱਕ ਦੂਸਰੇ ਤੇ ਨਿਰਭਰ ਇਸੇ ਤਰ੍ਹਾਂ ਸਾਡਾ ਜੀਵਨ ਵੀ ਜਿਹੜਾ ਹੈ, ਸਤਿਗੁਰੂ ਜੀ ਆਖਦੇ ਬਿਰਧ ਭਇਆ ਉਪਰ ਸਾਕ ਸੈਨ ਮੁਖ ਅਪਿਆਉ ਬੈਠ ਕੋ ਦੈਨ। ਇਹ ਸਾਡੇ ਸੰਸਾਰ ਦੀ ਰੀਤੀ ਹੈ ਕਿ ਰੱਬ ਨੇ ਸਾਨੂੰ ਇਸ ਢੰਗ ਦਾ ਬਣਾਇਆ ਕਿ ਜੇ ਆਪਾਂ ਬਚਪਨ ਦੇ ਵਿੱਚ ਉਹੋ ਜਿਹੀ ਖੁਰਾਕ ਹੈ, ਜਵਾਨੀ ਦੇ ਵਿੱਚ ਖੁਰਾਕ ਚੇਂਜ ਹੋ ਗਈ, ਜੇ ਹੁਣ ਬੁਢੇਪਾ ਆਇਆ ਤੁਰਿਆ ਨਹੀਂ ਜਾਂਦਾ, ਤੇ ਰੱਬ ਨੇ ਇਹੋ ਜਿਹਾ ਸੰਬੰਧ ਬਣਾਇਆ ਕਿ ਪਰਿਵਾਰ ਪੈਦਾ ਕਰ ਦਿੱਤਾ ਜਿਹੜਾ ਤੁਹਾਨੂੰ ਬੈਠਿਆਂ ਨੂੰ ਖਵਾਵੇਗਾ। ਇਸ ਵਿੱਚ ਰਹਿੰਦਿਆਂ ਹੋਇਆਂ ਰੱਬ ਨੂੰ ਚੇਤੇ ਕਰਦਿਆਂ ਰੱਬ ਨਾਲ ਲਿਵ ਜੋੜਨੀ ਗੁਰਮਤਿ ਇਸ ਨੂੰ ਸੱਚਾ ਜੋਗੀ ਆਖਦੀ ਹੈ। ਪਰ ਜਿਹੜਾ ਦੁਨੀਆ ਤੋਂ ਕਿਨਾਰਾ ਕਰ ਬੈਠੇ ਉਹਨੂੰ ਸਤਿਗੁਰੂ ਜੀ ਸੱਚਾ ਜੋਗੀ ਨਹੀਂ ਕਹਿੰਦੇ, ਕਿਉਂਕਿ ਸੰਸਾਰ ਵਿੱਚ ਜਿੱਥੇ ਆਪਾਂ ਦੇਖਦੇ ਇਹਨਾਂ ਲੋਕਾਂ ਦੀ ਹਾਲਤ ਇਸ ਢੰਗ ਦੀ ਸੀ, ਸਤਿਗੁਰੂ ਜੀ ਨੇ 6 ਨਿਸ਼ਾਨੀਆਂ ਵੀ ਦਸੀਆਂ ਜੋਗੀ ਦੀਆਂ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਕਿ ਅਸਲ ਵਿੱਚ ਜੋਗੀ ਕਿਹੜਾ ਆ। ਕਹਿੰਦੇ ਪਹਿਲੀ ਗੱਲ ਤੇ ਇਹ ਹੈ, ਉਹ ਕਿਸੇ ਦੀ ਨਿੰਦਿਆ ਨਾ ਕਰਦਾ ਹੋਵੇ, ਨਾ ਨਿੰਦਿਆ ਨਾ ਉਸਤਤ ਜਾਕੈ। ਜਿਹੜਾ ਕਿਸੇ ਦੀ ਨਿੰਦਿਆ ਕਰਦਾ ਆ ਨਾ, ਅੱਜ ਤੁਸੀਂ ਦੇਖ ਲਓ ਬੜੇ ਬੜੇ ਐਸੇ ਲੋਕ ਨੇ ਜਿਹੜੇ ਕਈ ਤਰ੍ਹਾਂ ਦੀਆਂ ਸਿਕਿਉਰਟੀਆਂ ਪ੍ਰਾਪਤ ਕਰਕੇ ਇੱਕ ਦੂਸਰੇ ਦੀ ਨਿੰਦਿਆ ਕਰਦੇ ਨੇ। ਇਹ ਗੁਰਮਤਿ ਦਾ ਵਿਧਾਨ ਨਹੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਚਨ ਹੈ, ਪਹਿਲੀ ਜੋਗੀ ਦੀ ਨਿਸ਼ਾਨੀ ਹੈ ਕਿਸੇ ਦੀ ਨਿੰਦਿਆ ਨਾ ਕਰਦਾ ਹੋਵੇ। ਦੂਸਰੀ ਜੋਗੀ ਦੀ ਨਿਸ਼ਾਨੀ ਹੈ ਨਾ ਉਸਤਤ ਜਾਕੈ, ਇਸ ਗੱਲ ਦਾ ਭੁੱਖਾ ਨਾ ਹੋਵੇ ਕਿ ਸੋਭ ਕਰੇ ਸੰਸਾਰ। ਦੁਨੀਆ ਮੈਨੂੰ ਆਖੇ ਬੜਾ ਵੱਡਾ ਜੋਗੀ ਹੈ, ਬੜਾ ਪੁੱਗਿਆ ਹੋਇਆ ਜੋਗੀ ਹੈ, ਜਿੱਧਰ ਨੂੰ ਮੈਂ ਦੇਖਾਂ ਦੁਨੀਆ ਨਿਮਦੀ ਜਾਏ। ਕਹਿੰਦੇ ਜੋਗੀ ਦੇ ਅੰਦਰ ਭੁੱਖ ਨਹੀਂ ਹੋਣੀ ਚਾਹੀਦੀ। ਪਹਿਲੀ ਗੱਲ, ਜੋਗੀ ਕਿਸੇ ਦੀ ਨਿੰਦਿਆ ਨਹੀਂ ਕਰਦਾ ਹੋਣਾ ਚਾਹੀਦਾ ਹੈ। ਦੂਸਰੀ ਗੱਲ, ਜੋਗੀ ਵਾਸਤੇ ਇਹ ਹੈ ਕਿ ਉਹਨੂੰ ਆਪਣੀ ਉਸਤਤ ਦੀ ਭੁੱਖ ਨਾ ਹੋਵੇ, ਭਾਵ ਕਿ ਆਪਣੀ ਵਡਿਆਈ ਦੀ ਭੁੱਖ ਨਾ ਹੋਵੇ। ਪਰ ਐਸੇ ਜਿਹੜੇ ਨੇ, ਇਕੱਲੀ ਜੋਗੀ ਦੀ ਗੱਲ ਨਹੀਂ ਹੈ, ਜਾਂ ਕਹਿ ਲਈਏ ਸਮੁੱਚੀ ਧਾਰਮਿਕ ਲੈਣ ਦੇ ਵਿੱਚ ਹਰ ਇੱਕ ਮਨੁੱਖ ਦੇ ਅੰਦਰ ਇਹ ਗੱਲ ਹੁੰਦੀ ਹੈ, ਮੇਰੀ ਵਡਿਆਈ ਹੋਵੇ, ਸੋਭਾ ਮੈਨੂੰ ਮਾੜਾ ਨਾ ਕੋਈ ਕਵੇ। ਭਾਈ ਠੀਕ ਹੈ, ਜਿਹੜੀ ਕੰਡੇ ਨੂੰ ਕੰਡਾ ਕਹਿਣਾ ਕੋਈ ਮਾੜੀ ਗੱਲ ਨਹੀਂ, ਫੁੱਲ ਨੂੰ ਫੁੱਲ ਕਹਿਣਾ ਇਹ ਕੋਈ ਮਾੜੀ ਗੱਲ ਨਹੀਂ। ਪਰ ਸੰਸਾਰ ਦਾ ਦਸਤੂਰ ਕੀ ਹੈ, ਇੱਥੇ ਕੰਡੇ ਨੂੰ ਫੁੱਲ ਕਿਹਾ ਜਾਂਦਾ ਤੇ ਫੁੱਲ ਨੂੰ ਕੰਡਾ ਕਿਹਾ ਜਾਂਦਾ। ਪਰ ਜਿਹੜਾ ਮਨੁੱਖ ਅਵਗਣ ਯਾਰਾ ਆ ਉਹਦੀ ਉਸਤਤ ਹੁੰਦੀ ਹੈ, ਬੜਾ ਚੰਗਾ ਆ, ਬੜਾ ਚੰਗਾ ਸਾਰੇ ਕਹਿਣਗੇ। ਪਰ ਜਿਹੜਾ ਮਾੜਾ ਆ ਉਹਨੂੰ ਸਾਰੇ ਚੰਗਾ ਕਹਿੰਦੇ ਨੇ, ਪਰ ਜਿਹੜਾ ਚੰਗਾ ਹੈ ਉਹਨੂੰ ਆਪਾਂ ਮਾੜਾ ਆਖਦੇ ਹਾਂ, ਉਹਨੂੰ ਭੰਡਦੇ ਹਾਂ। ਹੁਣ ਦੇਖੋ, ਆਪਾਂ ਇਹ ਸਮਾਂ ਹੁਣ ਤੋਂ ਨਹੀਂ ਹੈ, ਸ਼ੁਰੂ ਤੋਂ ਬਣਿਆ ਆਇਆ ਸੰਸਾਰ ਦਾ ਦਸਤੂਰ ਹੀ ਐਸਾ ਆ। ਸੱਚ ਤੇ ਰਾਹ ਤੇ ਚੱਲਣ ਵਾਲਿਆਂ ਨੂੰ ਸਜ਼ਾਵਾਂ ਨੇ, ਕੂੜ ਦੇ ਰਾਹ ਤੇ ਜ਼ੁਲਮ ਦੇ ਰਾਹ ਤੇ ਚੱਲਣ ਵਾਲੇ ਰਾਜ ਭਾਗ ਮਾਣਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਜੋਗੀ ਦੀ ਵਿਆਖਿਆ ਕੀਤੀ ਹੈ, ਸੰਤ ਦੀ ਵਿਆਖਿਆ ਕੀਤੀ, ਭਗਤ ਦੀ ਵਿਆਖਿਆ ਕੀਤੀ, ਗਿਆਨੀ ਦੀ ਵਿਆਖਿਆ ਕੀਤੀ, ਕਹਿੰਦੇ ਉਹਦਾ ਜੀਵਨ ਇਹ ਹੋਣਾ ਚਾਹੀਦਾ ਕਿ ਉਹਨੂੰ ਨਿੰਦਿਆ ਦੀ ਭੁੱਖ ਨਾ, ਨਿੰਦਿਆ ਕਰਨ ਵਾਲਾ ਨਾ ਹੋਵੇ, ਉਹਨੂੰ ਆਪਣੀ ਉਸਤਤ ਦੀ ਭੁੱਖ ਨਾ ਹੋਵੇ। ਫਿਰ ਉਹਦਾ ਜੀਵਨ ਕਿਹੋ ਜਿਹਾ ਹੋਵੇ, ਕੰਚਨ ਲੋਹ ਸਮਾਨ। ਆਪਾਂ ਬਚਨ ਪੜ੍ਹਦੇ ਹਾਂ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ। ਇਹ ਕਿਹਦਾ ਜੀਵਨ ਆ? ਇੱਕ ਜੋਗੀ ਦਾ ਜੀਵਨ ਆ, ਇੱਕ ਗਿਆਨੀ ਦਾ ਜੀਵਨ ਆ, ਇੱਕ ਸਾਧ ਦਾ ਜੀਵਨ ਆ, ਇੱਕ ਧਾਰਮਿਕ ਰਸਤੇ ਤੇ ਚੱਲਣ ਵਾਲੇ ਰੱਬੀ ਪਿਆਰੇ ਦਾ ਜੀਵਨ, ਭਾਵੇਂ ਕਿਸੇ ਮਤ ਵਿੱਚ ਹੋਵੇ। ਉਹਦੇ ਗੁਣ ਕੀ ਨੇ? ਕਹਿੰਦੇ ਪਹਿਲੀ ਗੱਲ ਤੇ ਉਹ ਨਿੰਦਿਆ ਨਾ ਕਰਦਾ ਹੋਵੇ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਇਹਨਾਂ ਗੱਲਾਂ ਤੋਂ ਨਿਰਲੇਪ ਹੋਵੇ। ਕਹਿੰਦੇ ਕੰਚਨ ਤੇ ਲੋਹ ਸਮਾਨ। ਜੋਗੀ ਕਿਹੋ ਜਿਹਾ ਹੋਣਾ ਚਾਹੀਦਾ ਹੈ? ਇਹ ਨਹੀਂ ਕੋਈ ਸੋਨਾ ਲੈ ਕੇ ਆ ਰਿਹਾ ਤੇ ਆਖੀਏ ਇਹਦੇ ਪ੍ਰਵਾਨ ਹੈ, ਕੋਈ ਲੋਹਾ ਲੈ ਕੇ ਆ ਰਿਹਾ ਆਖੀਏ ਤੇ ਸਾਨੂੰ ਪ੍ਰਵਾਨ ਹੀ ਨਹੀਂ ਹੈ। ਸੰਸਾਰ ਵਿੱਚ ਐਸੀਆਂ ਕਈ ਗੱਲਾਂ ਹੋਈਆਂ। ਕਈਆਂ ਨੇ ਆਖਿਆ ਗਧਾ ਦਾਨ ਨਹੀਂ ਹੋ ਸਕਦਾ, ਕਹਿੰਦੇ ਅੱਛਾ ਠੀਕ ਹੈ ਨਹੀਂ ਹੋ ਸਕਦਾ। ਧਾਰਮਿਕ ਲੋਕਾਂ ਨੇ ਆਖਿਆ ਨਹੀਂ ਹੋ ਸਕਦਾ। ਉਹ ਸਿਆਣਾ ਮਨੁੱਖ ਸੀ, ਉਹਨੇ ਗਧੇ ਦੇ ਗਲ ਵਿੱਚ ਸੋਨੇ ਦਾ ਹਾਰ ਪਾ ਦਿੱਤਾ, ਕਹਿੰਦੇ ਹੁਣ ਤੇ ਹੋ ਸਕਦਾ। ਭਾਵ ਕਿ ਜੋਗੀ ਦੀ ਭੁੱਖ ਜਿਹੜੀ ਹੈ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ। ਕਹਿੰਦੇ ਕੰਚਨ ਲੋਹ ਸਮਾਨ, ਉਹਦੇ ਵਾਸਤੇ ਕੰਚਨ ਤੇ ਲੋਹਾ ਜਿਹੜਾ ਆ ਇੱਕ ਬਰਾਬਰ ਹੋਣੇ ਚਾਹੀਦੇ ਨੇ। ਦੂਸਰੀ ਇਹਦੀ ਵਿਆਖਿਆ ਕੀ ਹੈ? ਉਹਦੇ ਵਾਸਤੇ ਅਮੀਰ
ਤੇ ਗਰੀਬ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਅਮੀਰ ਆਉਂਦਾ ਹੋਵੇ ਤੇ ਉੱਠ ਕੇ ਅੱਗੇ ਚਲਾ ਜਾਵੇ, ਗਰੀਬ ਆਉਂਦਾ ਹੋਵੇ ਤੇ ਆ ਕੇ ਮੇਰੇ ਅੱਗੇ ਲਾਗੇ ਹੀ ਨਾ ਲਿਆਇਓ, ਇਹਨੂੰ ਦੂਰੋਂ ਦੂਰੋਂ ਮੋੜ ਦਿਓ ਕਿ ਅਜੇ ਮਹਾਂਪੁਰਸ਼ ਵਿਹਲੇ ਹੀ ਨਹੀਂ ਨੇ। ਆ ਸੰਸਾਰ ਦਾ ਦਸਤੂਰ ਐਸਾ ਆ ਕਿ ਗਰੀਬ ਆਵੇਗਾ ਉਹਦੇ ਵਾਸਤੇ ਦਰਵਾਜ਼ਾ ਬੰਦ ਆ, ਅਮੀਰ ਆਵੇਗਾ ਉਹਦੇ ਵਾਸਤੇ ਆਪਾਂ ਟਾਟ ਵੀ ਵਸਾ ਦਿੰਦੇ ਹਾਂ। ਕਹਿੰਦੇ ਜੋਗੀ ਦੀ ਜਿਹੜੀ ਡੈਫੀਨੇਸ਼ਨ ਆ ਉਹ ਇਹ ਹੈ ਕਿ ਜੋਗੀ ਕਿਸੇ ਦੀ ਨਿੰਦਿਆ ਨਾ ਕਰਦਾ ਹੋਵੇ, ਜੋਗੀ ਆਪਣੀ ਉਸਤਤ ਦਾ ਭੁੱਖਾ ਨਾ ਹੋਵੇ। ਅੱਜ ਬਹੁਤਾ ਕੀ ਹੈ, ਜਿਹੜੀਆਂ ਇਹ ਅੱਜ ਕੱਲ੍ਹ ਦੇ ਐਪ ਨੇ ਉਹਦੇ ਵਿੱਚ ਕੀ ਹੈ, ਸਾਡੇ ਅੰਦਰ ਹੀ ਭੁੱਖ ਹੁੰਦੀ ਹੈ। ਕਿੰਨੇ ਲੋਕ ਸਾਨੂੰ ਚਾਹੁੰਦੇ ਨੇ, ਇਹ ਗੱਲ ਨਿਰਣਾ ਨਹੀਂ ਹੈ, ਨਿਰਣਾ ਤੁਹਾਡੇ ਜੀਵਨ ਨੇ ਕਰਨਾ ਹੈ। ਤੁਹਾਨੂੰ ਫਲ ਕਿੰਨੇ ਲੱਗੇ ਨੇ, ਦਰਖਤ ਜ਼ਰੂਰ ਨੇ ਪਰ ਦਰਖਤ ਨੂੰ ਫਲ ਕਿੰਨੇ ਲੱਗੇ, ਭਾਵ ਉਹਦੇ ਵਿੱਚ ਗੁਣ ਕਿੰਨੇ ਨੇ, ਉਹਦੀ ਕੀਮਤ ਆ। ਕਹਿੰਦੇ ਜੋਗੀ ਦਾ ਜੀਵਨ ਇਹ ਨਾ ਹੋਵੇ, ਕਹਿੰਦੇ ਕਿ ਆਪਣੀ ਉਸਤਤ ਨਾ ਚਾਹੁੰਦਾ ਹੋਵੇ। ਜੋਗੀ ਵਾਸਤੇ ਇਹ ਨਾ ਹੋਵੇ ਕਿ ਸੋਨਾ ਆਵੇ ਤੇ ਕਹਿ ਰਹੇ ਲੈ ਆਓ, ਜੇ ਲੋਹਾ ਆਇਆ ਤੇ ਆ ਕੇ ਬਾਹਰ ਦਾਨ ਕਰ ਦਿਓ, ਮੈਨੂੰ ਨਾ ਦਿਓ, ਇੱਥੇ ਰੱਖ ਦਿਓ। ਜੋਗੀ ਦਾ ਜੀਵਨ ਇਹੋ ਜਿਹਾ ਨਾ ਹੋਵੇ ਅਮੀਰ ਆਵੇ ਉਹਨੂੰ ਆਦਰ ਦੇਵੇ, ਗਰੀਬ ਆਵੇ ਉਹਦਾ ਨਿਰਾਦਰ ਕਰੇ। ਜੋਗੀ ਐਸਾ ਨਹੀਂ ਹੋਣਾ ਚਾਹੀਦਾ। ਜੋਗੀ ਵਾਸਤੇ ਸਾਰੇ ਬਰਾਬਰ ਹੋਣੇ ਚਾਹੀਦੇ ਨੇ। ਕਹਿੰਦੇ ਉਹਦੇ ਵਾਸਤੇ ਸਭ ਬਰਾਬਰ ਹੋਣੇ ਚਾਹੀਦੇ ਨੇ। ਦੂਜੀ ਗੱਲ, ਐਸਾ ਜੋਗੀ ਹੋਵੇ ਘਰ ਵਿੱਚ ਖੁਸ਼ੀ ਆਈ ਹੈ ਤੇ ਆਪਣੇ ਆਪੇ ਤੋਂ ਬਾਹਰ ਨਾ ਹੋ ਜਾਵੇ। ਆਪਣੇ ਆਪੇ ਤੋਂ ਬਾਹਰ ਹੋਣ ਦਾ ਕਾਰਨ ਕੀ, ਉਦਾਹਰਨ ਦੇ ਤੌਰ ਤੇ ਸਾਡੇ ਘਰ ਖੁਸ਼ੀ ਆਈ ਹੈ, ਸਾਨੂੰ ਰੱਬ ਨੇ ਪੈਸਾ ਦਿੱਤਾ ਆ, ਅਸੀਂ ਉਹਦੀ ਦੁਰਵਰਤੋਂ ਕਰੀਏ, ਨਸ਼ਿਆਂ ਦੀ ਵਰਤੋਂ ਕਰੀਏ, ਆਪਣੇ ਆਂਢੀਆਂ ਗੁਆਂਢੀਆਂ ਨੂੰ ਲਾ ਕੇ ਉਹ ਜੇ ਸੌਣ ਦੇ ਦੁਨੀਆ ਨੂੰ ਪਰੇਸ਼ਾਨ ਕਰੀਏ। ਕਹਿੰਦੇ ਖੁਸ਼ੀ ਆਈ ਹੈ, ਤੁਹਾਡੇ ਕੋਲ ਪੈਸਾ ਆ। ਜੋਗੀ ਐਸਾ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਦੂਸਰਿਆਂ ਨੂੰ ਪਰੇਸ਼ਾਨ ਕਰਦਾ ਹੋਵੇ, ਦੂਸਰਿਆਂ ਨੂੰ ਦੁੱਖ ਦੇਣ ਵਾਲਾ ਹੋਵੇ। ਜੋਗੀ ਐਸਾ ਵੀ ਨਹੀਂ। ਆਪਣੀ ਖੁਸ਼ੀ ਵਾਸਤੇ ਕਿਸੇ ਦੇ ਉੱਪਰ ਜ਼ੁਲਮ ਨਹੀਂ ਕਰਨਾ। ਕਹਿੰਦੇ ਜੋਗੀ ਐਸਾ ਹੋਣਾ ਚਾਹੀਦਾ ਹੈ, ਘਰ ਵਿੱਚ ਗਮੀ ਹੈ ਤੇ ਇਹ ਨਾ ਹੋਵੇ ਕਿ ਢੇਰੀ ਢਾਹ ਕੇ ਬੈਠ ਜਾਵੇ, ਭਾਵੇਂ ਕਿ ਦੁੱਖ ਤੇ ਸੁੱਖ ਜਿਹੜਾ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਐਸੇ ਜੋਗੀ ਦੀ ਗੱਲ ਗੁਰਮਤਿ ਕਰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਆਖਦੇ, ਬਾਣੀ ਆਖਦੀ, ਜੋਗੀ ਉਹ ਨਹੀਂ ਜਿਹੜਾ ਖੁਸ਼ੀ ਆਉਣ ਤੇ ਆਪਣੇ ਆਪੇ ਦੁਬਾਰਾ ਹੋ ਜਾਵੇ। ਜੇ ਕਿਤੇ ਘਰ ਵਿੱਚ ਦੁੱਖ ਆ ਗਿਆ ਤੇ ਪਿੱਠ ਸਿਆਪਾ ਵੀ ਨਾ ਪਾ ਲਵੇ। ਗੁਰਮਤਿ ਦਾ ਸਿਧਾਂਤ ਇਹ ਹੈ ਕਿ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ, ਰੱਬ ਦੀ ਰਜਾ ਨੂੰ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਦਾ ਸਿਧਾਂਤ ਜਿਹੜਾ ਇੱਥੇ ਪਹਿਰਾ ਦਵੇ। ਉਹ ਭਾਵੇਂ ਕਿਸੇ ਮਤ ਵਿੱਚ ਹੈ, ਭਾਵੇਂ ਕਿਸੇ ਧਰਮ ਦੇ ਅੰਦਰ ਹੋਵੇ, ਉਹ ਸੱਚਾ ਜੋਗੀ ਹੈ, ਸੱਚਾ ਬ੍ਰਹਮ ਗਿਆਨੀ ਹੈ, ਸੱਚਾ ਸਾਧ ਹੈ, ਸੱਚਾ ਭਗਤ ਹੈ, ਸੱਚਾ ਜਨ ਹੈ, ਸੱਚਾ ਦਾਸ ਹੈ। ਅੱਜ ਸਤਿਗੁਰੂ ਜੀ ਦਾ ਜੋ ਇਤਿਹਾਸ ਆ, ਹੁਣ ਵੇਖੋ ਸਿੱਧ ਆ ਰਹੇ ਨੇ ਵਾਰੀ ਵਿਚਾਰ ਕਰਨ ਵਾਸਤੇ, ਜਿਨ੍ਹਾਂ ਨੂੰ ਗੋਰਖ ਭੇਜਦਾ ਆ। ਇਹਨਾਂ ਦੇ ਵਿੱਚ ਇੱਕ ਐਸਾ ਵੀ ਆਇਆ ਜਿਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਖਿਆ, ਇਹ ਜਿਹੜਾ ਜੋਗੀ ਹੈ ਨਾ ਭਾਈ ਮਰਦਾਨਾ ਜੀ, ਇਹ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ। ਇਹਨੇ ਤੁਰਨ ਲੱਗੇ ਨੇ ਗੱਲ ਕਹੀ ਸੀ ਕਿ ਜਿਹਨੂੰ ਇੰਨੇ ਜਾਣੇ ਸਾਡੇ ਪੁੱਗੇ ਹੋਏ ਜੋਗੀ ਜਿਹੜੇ ਨੇ ਜਿੱਤ ਨਹੀਂ ਸਕੇ, ਮੈਂ ਕੀ ਕਰ ਸਕਾਂਗਾ। ਇੱਕੋ ਵੀ ਜੋਗੀ ਆਇਆ। ਕਹਿੰਦੇ ਐਸੇ ਰੱਬੀ ਪਿਆਰੇ ਦੇ ਕੋਲ ਤੇ ਮਾਣ ਨੂੰ ਤਿਆਗ ਕੇ ਜਾਣਾ ਚਾਹੀਦਾ। ਗੋਰਖ ਵਾਰੀ ਸਾਰਿਆਂ ਨੂੰ ਭੇਜਦਾ। ਸੱਚੇ ਪਾਤਸ਼ਾਹ ਦੇ ਨਾਲ ਵਿਚਾਰ ਹੋ ਰਹੀ ਹੈ, ਪਰ ਜਦੋਂ ਸੱਚੇ ਪਾਤਸ਼ਾਹ ਨਾਲ ਵਿਚਾਰ ਹੁੰਦੀ ਹੈ, ਜਿਹੜਾ ਵੀ ਆਉਂਦਾ ਆ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ ਕਰਦਾ ਹੋਈ ਵਾਪਸ ਜਾਂਦਾ ਹੈ। ਜੋਗੀ ਹੈਰਾਨ ਹੈ। ਇਹ ਜਿਹੜਾ ਗੋਰਖਨਾਥ ਹੈ, ਇਹ ਆਪਣੇ ਵੱਡੇ ਜਿੰਨੇ ਇਹਦੇ ਚੇਲੇ ਸਨ, ਚੇਲਿਆਂ ਦਾ ਕੰਮ ਕੀ ਸੀ? ਦੂਸਰਿਆਂ ਨੂੰ ਜੋਗੀ ਬਣਾਉਣਾ, ਗੁਰੂ ਜੋ ਇਹਨੂੰ ਗੋਰਖ ਨੂੰ ਧਾਰਨ ਕਰਾਉਣਾ ਸੀ। ਦੇਖੋ ਆਪੋ ਆਪਣੇ ਮਤ ਦਾ ਹਰ ਕੋਈ ਪ੍ਰਚਾਰ ਕਰਦਾ ਹੈ। ਕਿਸੇ ਮਤ ਦੇ ਸਿਧਾਂਤਾਂ ਤੋਂ ਕੋਈ ਪ੍ਰਭਾਵਿਤ ਹੋ ਕੇ ਇੱਕ ਦੂਸਰਾ ਮਤ ਚੇਂਜ ਕਰਦਾ, ਬਦਲਦਾ ਹੈ, ਇਹਦੇ ਵਿੱਚ ਕੋਈ ਗੁਨਾਹ ਨਹੀਂ। ਪਰ ਕਿਸੇ ਨੂੰ ਲਾਲਚ ਦੇ ਕੇ, ਕਿਸੇ ਦੇ ਉੱਪਰ ਦਬਾਅ ਪਾ ਕੇ, ਕਿਸੇ ਨੂੰ ਡਰਾ ਧਮਕਾ ਕੇ ਆਪਣੇ ਮਤ ਵਿੱਚ ਲਿਆਉਣਾ, ਇਹ ਗੁਰਮਤਿ ਦਾ ਸਿਧਾਂਤ ਨਹੀਂ ਤੇ ਨਾ ਹੀ ਕਦੀ ਗੁਰਮਤਿ ਐਸਾ ਹੋਣ ਦਿੰਦੀ ਹੈ। ਕਿਉਂਕਿ ਗੁਰਮਤਿ ਦਾ ਸਿਧਾਂਤ ਇਹ ਹੈ, ਪੈ ਕਾਹੂ ਕੋ ਦੇਤ ਨਹਿ ਪੈ ਮਨ ਧਿਆਨ, ਕਹੋ ਨਾਨਕ ਸੁੰਦਰੇ ਮਨਾ ਗਿਆਨੀ ਤਾਹੇ
ਬਖਾਨ, ਕਿਸੇ ਨੂੰ ਨਜਾਇਜ਼ ਭੈ ਦੇਣਾ ਨਹੀਂ ਹੈ। ਔਰ ਜੇ ਕੋਈ ਫਿਰ ਭੈ ਦੇਣ ਤੇ ਆ ਜਾਵੇ ਉਸ ਦਾ ਨਜਾਇਜ਼ ਭੈ ਸਹਿਣਾ ਵੀ ਨਹੀਂ ਹੈ। ਭਾਵ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਜੀਵਨ ਦਿੱਤਾ, ਜਿਵੇਂ ਇਹ ਵਿਚਾਰਾਂ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਸੁਣਾ ਰਹੇ ਨੇ। ਇਤਿਹਾਸ ਦੱਸਦਾ ਹੈ ਕਈ ਘੰਟੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਵਿਸਮਾਦ ਹੋ ਜਾਂਦੇ ਸਨ। ਬਾਬੇ ਨਾਨਕ ਦੇ ਕੌਤਕ ਦੇਖ ਕੇ, ਬਾਬੇ ਨਾਨਕ ਦੀ ਅਜ਼ਮਤ ਨੂੰ ਦੇਖ ਕੇ, ਧੰਨ ਨਾਨਕ ਦੀ ਵੱਡੀ ਕਮਾਈ ਨੂੰ ਦੇਖ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਉੱਪਰ ਵੀ ਐਸੀ ਰਹਿਮਤ ਵਰਤਦੀ। ਕਈ ਘੜੀਆਂ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸਮਾਧੀ ਲੀਨ ਹੋ ਜਾਂਦੇ ਸਨ। ਕਿਵੇਂ ਇਹ ਇਤਿਹਾਸ ਜਿਹੜਾ ਅੱਗੇ ਚੱਲਦਾ ਹੈ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਲਾ ਪ੍ਰੀਤਮ ਦੇ ਪਵਿੱਤਰ ਅਸਥਾਨ ਨਾਲ ਜੁੜ ਕੇ ਸਰਵਣ ਕਰੀਏ। ਇੱਕ ਵਾਰ ਰਸਨਾ ਤੋਂ ਉਚਾਰਨ ਕਰੀਏ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਬਾਲੇ ਕੇ ਪੰਕ ਆਨਣ ਤੇ ਇਤਿਹਾਸ ਬਣਿਓ ਮਕਰੰਦ ਸੁਹਾਇਓ। ਕਵੀ ਜੀ ਲਿਖਦੇ ਇਹ ਜਿਹੜਾ ਪਵਿੱਤਰ ਇਤਿਹਾਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਭਾਈ ਬਾਲੇ ਨੇ ਜਿਵੇਂ ਸੰਗਤ ਕੀਤੀ ਹੈ, ਜਿਵੇਂ ਉਹਨੇ ਸਤਿਗੁਰਾਂ ਦੇ ਕੌਤਕਾਂ ਨੂੰ ਤੱਕਿਆ, ਜਿਵੇਂ ਉਹਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੱਡੀ ਕਮਾਈ ਨੂੰ ਦੇਖਿਆ, ਕਹਿੰਦੇ ਬੜੀ ਸ਼ਰਧਾ ਬੜੇ ਅਦਬ ਦੇ ਨਾਲ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇਹ ਜਿਹੜਾ ਇਤਿਹਾਸ ਹੈ, ਸੁਗੰਧੀ ਦੇਣ ਵਾਲਾ, ਦੁਨੀਆ ਦਾ ਭਲਾ ਕਰਨ ਵਾਲਾ ਇਤਿਹਾਸ, ਇਹ ਬਾਬੇ ਨਾਨਕ ਦਾ ਇਤਿਹਾਸ ਜਿਹੜਾ ਸਰੋਤਿਆਂ ਨੂੰ ਪਰਮੇਸ਼ਰ ਦੇ ਨਾਲ ਜੋੜਨ ਵਾਲਾ ਹੈ, ਬੜੀ ਰੀਝ ਦੇ ਨਾਲ ਸੁਣਾਉਂਦੇ ਹਨ ਜੀ। ਸ਼੍ਰੀ ਗੁਰ ਅੰਗਦ ਜੀ ਸੁਣ ਕੇ ਮਨ ਭੌਰ ਭਇਓ ਬਹੁਤ ਹੁਲਸਾਇਓ। ਜਦੋਂ ਭਾਈ ਬਾਲੇ ਜੀ ਦੇ ਪਾਸੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਸੱਚੇ ਪਾਤਸ਼ਾਹ ਦਾ, ਸੱਚੇ ਰਹਿਬਰ ਦਾ, ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸੁਣਿਆ, ਉਹਨਾਂ ਦਾ ਜੀਵਨ ਕਿਹੋ ਜਿਹਾ ਬਣਦਾ ਹੈ। ਭਾਈ ਅੱਜ ਸਾਡੇ ਅੰਦਰ ਉਹ ਭਾਵਨਾ ਨਹੀਂ, ਅੱਜ ਸਾਡੇ ਅੰਦਰ ਉਹ ਅਕੀਦਾ ਨਹੀਂ ਜਿਸ ਅਕੀਦੇ ਦੇ ਨਾਲ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਬੈਠ ਕੇ ਸਰੋਤੇ ਜਨ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਸੁਣਦੇ ਨੇ। ਕਹਿੰਦੇ ਹੋਇਆ ਕਿ ਸ੍ਰੀ ਗੁਰੂ ਅੰਗਦ ਜੀ ਸੁਣ ਕੇ ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੌਤਕ ਦੇ ਸੁਣੇ, ਜਦੋਂ ਉਹਨਾਂ ਦੀ ਅਜ਼ਮਤ ਨੂੰ ਭਾਈ ਬਾਲੇ ਜੀ ਦੇ ਪਵਿੱਤਰ ਮਖਾਰ ਬਿੰਦ ਤੋਂ ਸੁਣਿਆ, ਕਹਿੰਦੇ ਮਨ ਭੌਰ ਪਇਓ ਬਹੁਤ ਹੁਲਸਾਇਓ। ਵੇਖੋ ਮਨ ਵਿੱਚ ਚਾਅ ਜਿਹੜਾ ਹੈ ਨਾ, ਹੁਲਸਾਇਓ ਦਾ ਅਰਥ ਹੁੰਦਾ ਹੈ ਪ੍ਰਸੰਨ ਹੋ ਜਾਣਾ, ਨਿਹਾਲ ਹੋ ਜਾਣਾ, ਖੁਸ਼ ਹੋ ਜਾਣਾ। ਸਾਡਾ ਮਨ ਕਦੋਂ ਖੁਸ਼ ਹੁੰਦਾ ਹੈ ਭਾਈ? ਦੁਨੀਆ ਦੀਆਂ ਚੀਜ਼ਾਂ ਤੋਂ ਜਿਹੜਾ ਮਨ ਖੁਸ਼ ਹੁੰਦਾ ਆ ਨਾ, ਉਹ ਥੋੜ ਚਿਰਾ ਹੈ। ਇਸੇ ਕਰਕੇ ਪਾਤਸ਼ਾਹ ਨੇ ਬਾਣੀ ਵਿੱਚ ਵੀ ਲਿਖਿਆ ਕਿ ਦੁਨੀਆ ਦੇ ਵਿੱਚੋਂ ਜਿਹੜਾ ਆਨੰਦ ਆਉਂਦਾ ਆ, ਦੁਨੀਆ ਦੇ ਭੋਗਾਂ ਵਿੱਚੋਂ ਦੁਨੀਆ ਆਨੰਦ ਪ੍ਰਾਪਤ ਕਰਦੀ ਹੈ, ਦੁਨੀਆ ਦੇ ਪਦਾਰਥਾਂ ਵਿੱਚੋਂ ਦੁਨੀਆ ਆਨੰਦ ਪ੍ਰਾਪਤ ਕਰਦੀ ਹੈ। ਕਦੇ ਕੋਈ ਰਾਜਾ ਆਪਣੇ ਰਾਜ ਭਾਗ ਵਿੱਚੋਂ ਆਨੰਦ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ, ਕਦੇ ਉਹਦੇ ਅਹਿਲਕਾਰ ਉਹਦੀ ਚਮਚਾਗਿਰੀ ਕਰਕੇ ਆਨੰਦ ਪ੍ਰਾਪਤ ਕਰਨ ਦਾ ਯਤਨ ਕਰਦੇ, ਪਰ ਇਹ ਸਾਰਾ ਆਨੰਦ ਬੜਾ ਥੋੜ ਚਿਰਾ ਤੇ ਵਿਅਰਥ ਹੈ। ਕਿਉਂਕਿ ਇਹਨਾਂ ਬਾਰੇ ਜ਼ਿਕਰ ਆਉਂਦਾ ਹੈ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸੋ ਇੱਥੇ ਸਤਿਗੁਰੂ ਜੀ ਦਾ ਜੋ ਇਤਿਹਾਸ ਹੈ, ਕਹਿੰਦੇ ਮਨ ਵਿੱਚ ਖੁਸ਼ੀ ਕਦੋਂ ਪੈਦਾ ਹੁੰਦੀ ਹੈ? ਜਦੋਂ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ ਨਾ, ਸਾਰੇ ਜਾਣੇ ਜਦੋਂ ਆਪਾਂ 7ਵੀਂ ਪੌੜੀ ਪੜ੍ਹਦੇ ਹਾਂ, ਆਰੰਭ ਵਿੱਚ ਹੀ ਸਤਿਗੁਰਾਂ ਦੀ ਰਹਿਮਤ ਵਰਤ ਜਾਂਦੀ ਹੈ ਕਿ ਆਨੰਦ ਕਦੋਂ ਜੀਵਨ ਵਿੱਚ ਬਣਦਾ ਹੈ? ਕੀ ਰਾਜ ਭਾਗ ਪ੍ਰਾਪਤ ਕਰਕੇ ਬਣਦਾ ਹੈ? ਨਹੀਂ। ਧੰਨ ਗੁਰੂ ਅਮਰਦਾਸ ਜੀ ਆਖਦੇ ਮੇਰੇ ਜੀਵਨ ਵਿੱਚ ਆਨੰਦ ਕਦੋਂ ਬਣਿਆ? ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਮੇਰੇ ਜੀਵਨ ਵਿੱਚ ਆਨੰਦ ਉਸ ਦਿਨ ਆਇਆ ਜਿਸ ਦਿਨ ਬੀਬੀ ਅਮਰੋ ਦੇ ਕੋਲੋਂ ਸੱਚੇ ਪਾਤਸ਼ਾਹ ਦੀ ਬਾਣੀ ਸੁਣੀ ਹੈ। ਜਦੋਂ ਇਸ ਬਾਣੀ ਦੇ ਰਾਹੀਂ ਮੈਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋਈ, ਮੇਰਾ ਮਿਲਾਪ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨਾਲ ਹੋਇਆ,
ਕਹਿੰਦੇ ਦੁਨੀਆ ਆਨੰਦ ਦੀ ਗੱਲ ਕਰਦੀ ਹੈ, ਪਰ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਸਾਰੇ ਕਹਿੰਦੇ ਨੇ, ਪਰ ਅਸਲ ਵਿੱਚ ਕਿਸੇ ਨੂੰ ਇਹਦੀ ਸਮਝ ਨਹੀਂ। ਅਸਲ ਵਿੱਚ ਆਨੰਦ ਜਿਹੜਾ ਹੈ ਮੈਨੂੰ ਵੀ ਮੇਰੇ ਗੁਰੂ ਕੋਲੋਂ ਮਿਲਿਆ ਤਾਂ ਮੈਨੂੰ ਸਮਝ ਆਈ। ਮੈਂ ਵੀ ਸਮਝਦਾ ਸੀ ਹੋ ਸਕਦਾ ਤੀਰਥਾਂ ਤੇ ਆਨੰਦ ਹੋਵੇ, ਹੋ ਸਕਦਾ ਵੱਖ-ਵੱਖ ਜਗ੍ਹਾ ਦੀਆਂ ਪੂਜਾਵਾਂ ਵਿੱਚ ਆਨੰਦ ਹੋਵੇ, ਕੀਰਤਨ ਦੇ ਵਿੱਚ ਆਨੰਦ ਭਾਲਦੇ ਸੀ, ਪਰ ਅੱਜ ਪਤਾ ਲੱਗਾ ਕਰਤੇ ਦੀ ਪੂਜਾ ਦੇ ਵਿੱਚ ਜੋ ਆਨੰਦ ਹੈ ਉਹ ਕਿਸੇ ਹੋਰ ਪੂਜਾ ਦੇ ਵਿੱਚ ਨਹੀਂ। ਕਹਿੰਦੇ ਮਨ ਭੌਰ ਪਇਓ ਬਹੁਤ ਹੁਲਸਾਇਓ। ਜਦੋਂ ਬਾਬੇ ਨਾਨਕ ਦਾ ਇਤਿਹਾਸ ਸੁਣਿਆ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਮਨ ਗਦ-ਗਦ ਹੋ ਗਿਆ। ਕਹਿੰਦੇ ਸਰੀਰ ਬੈਠਾ ਹੈ, ਮਨ ਜਿਹੜਾ ਪਰਮੇਸ਼ਰ ਦੇ ਨਾਲ ਜੁੜ ਚੁੱਕਾ ਹੈ। ਕਹਿੰਦੇ ਬਹੁਤ ਹੁਲਸਾਇਓ, ਮਨ ਵਿੱਚ ਬੜਾ ਉਤਸ਼ਾਹ ਬਣਿਆ। ਕਦੇ ਤੁਸੀਂ ਦੇਖੋ ਸੱਚ ਵਾਸਤੇ ਚੱਲੋਗੇ, ਉਤਸ਼ਾਹ ਬਣੇਗਾ, ਤੁਹਾਡੇ ਸੰਗੀ ਵੀ ਬੜੇ ਹੋ ਜਾਣਗੇ। ਕਦੇ ਤੁਸੀਂ ਝੂਠ ਦਾ ਸਹਾਰਾ ਲਹੋਗੇ, ਕੋਈ ਐਸਾ ਕਦਮ ਪੁੱਟੋਗੇ, ਹੌਲੀ ਹੌਲੀ ਤੁਹਾਡੇ ਆਪਣੇ ਵੀ ਸਾਥ ਛੱਡ ਦੇਣਗੇ। ਇਸ ਕਰਕੇ ਭਾਈ ਹਮੇਸ਼ਾ ਸੱਚ ਦੇ ਰਾਹ ਗਰ ਬਣਨਾ ਚਾਹੀਦਾ, ਮਨੁੱਖਤਾ ਦੇ ਭਲੇ ਦੀ ਗੱਲ ਕਰਨੀ ਚਾਹੀਦੀ, ਕਿਸੇ ਦੀ ਰੋਟੀ ਖੋਣੀ ਨਹੀਂ, ਸਗੋਂ ਕਿਸੇ ਦਾ ਭਲਾ ਕਰਕੇ ਕਿਸੇ ਦੇ ਮੁੱਖ ਵਿੱਚ ਪਾਣੀ ਦੀਆਂ ਬੂੰਦਾਂ ਪਾਉਣੀਆਂ, ਕਿਸੇ ਦੇ ਮੁੱਖ ਵਿੱਚ ਪ੍ਰਸ਼ਾਦਾ ਪਾਉਣਾ। ਸਾਡਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ। ਬਹੁਤ ਹੁਲਸਾਇਓ, ਮਨ ਵਿੱਚ ਬੜਾ ਚਾਹ ਬਣਿਆ। ਮਨ ਵਿੱਚ ਚਾਹ ਕਦੋਂ ਬਣਦਾ ਹੈ ਭਾਈ? ਮਨ ਚਾਓ ਭਇਆ ਪ੍ਰਭ ਆਗਮ ਸੁਣਿਆ। ਕਹਿੰਦੇ ਮਨ ਵਿੱਚ ਚਾਹ ਉਦੋਂ ਬਣਦਾ ਜਦੋਂ ਰੱਬ ਦੇ ਆਉਣ ਦਾ ਸੁਨੇਹਾ ਮਿਲ ਜਾਵੇ, ਜਾਂ ਕਹਿ ਲਈਏ ਸੋਏ ਸਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਉਦੋਂ ਆਨੰਦ ਬਣਦਾ ਹੈ। ਸੋਏ ਦਾ ਅਰਥ ਹੁੰਦਾ ਹੈ ਖਬਰ। ਜਦੋਂ ਮੈਂ ਗੁਰੂ ਦੀ ਬਾਣੀ ਸੁਣੀ, ਖਬਰ ਸੁਣੀ, ਕਹਿੰਦੇ ਮਨ ਚਾਹ ਨਾਲ ਭਰ ਗਿਆ, ਮਨ ਗਦ-ਗਦ ਹੋ ਗਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਜਿਸ ਪਾਤਸ਼ਾਹ ਦੀ ਇਹ ਵਡਿਆਈ ਹੈ ਕਿ ਅੰਮਿਓ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੋਂ ਖੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਿਫਤ ਵਿੱਚ ਬਚਨ ਆਖੇ ਨੇ ਭੱਟਾਂ ਨੇ। ਇਹ ਜਿਹੜਾ ਸਵਈਆ ਨਾ ਆਪਾਂ ਪੜ੍ਹਦੇ ਆ, ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅਜ਼ਮਤ ਨੂੰ, ਰਹਿਮਤ ਨੂੰ, ਉਹਨਾਂ ਦੀ ਬਖਸ਼ਿਸ਼ ਨੂੰ ਬਿਆਨ ਕਰਦਾ ਹੈ। ਐਸੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਕੌਤਕ ਸੁਣਦੇ, ਜਦੋਂ ਉਹਨਾਂ ਦਾ ਇਤਿਹਾਸ ਸੁਣਦੇ, ਜਦੋਂ ਉਹਨਾਂ ਦੀ ਵਿਚਾਰ ਨੂੰ ਸੁਣਦੇ, ਜਦੋਂ ਉਹਨਾਂ ਦੇ ਉਪਦੇਸ਼ਾਂ ਨੂੰ ਸੁਣਦੇ, ਕਹਿੰਦੇ ਮਨ ਚਾਉ ਨਾਲ ਭਰ ਜਾਂਦਾ ਹੈ ਤੇ ਮਨ ਜਿਹੜਾ ਪਰਮੇਸ਼ਰ ਦੇ ਨਾਲ ਜੁੜਿਆ ਹੈ ਜੀ। ਪ੍ਰੇਮ ਕਪੂਰ ਪ੍ਰਕਾਸ਼ ਕੀਓ, ਗੁਰ ਨਾਨਕ ਰੂਪ ਕੋ ਧਿਆਨ ਲਗਾਇਓ। ਅਸਲ ਵਿੱਚ ਸਾਡਾ ਸਤਿਗੁਰਾਂ ਦੇ ਦਰਬਾਰ ਵਿੱਚ ਆਉਣਾ, ਸਾਡਾ ਸਤਿਗੁਰਾਂ ਦੇ ਦਰਬਾਰ ਵਿੱਚ ਸੇਵਾ ਕਰਨੀ, ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਸੰਗਤ ਦੇ ਵਿੱਚ ਜੁੜਨਾ, ਜਾਂ ਭਾਵਨਾ ਕਰਕੇ ਸਰੀਰ ਦੂਰ ਵੀ ਹੈ ਤੇ ਇਸ ਮੀਡੀਆ ਦੇ ਰਾਹੀਂ ਪਾਤਸ਼ਾਹ ਨਾਲ ਜੁੜਨਾ, ਇਹ ਸਾਰੀਆਂ ਪ੍ਰੇਮ ਦੀਆਂ ਹੀ ਤਾਕਤਾਂ ਨੇ। ਜੇ ਅੰਦਰ ਪ੍ਰੇਮ ਹੋਵੇਗਾ, ਸਾਡੇ ਅੰਦਰ ਇਹਨੂੰ ਸੁਣਨ ਵਾਸਤੇ ਚਾਹ ਪੈਦਾ ਹੋਵੇਗਾ। ਨਹੀਂ ਤੇ ਤੁਸੀਂ ਦੇਖੋ ਮੀਡੀਆ ਦੇ ਬੜੇ ਸਾਧਨ ਨੇ, ਸੰਸਾਰ ਦੇ ਲੋਕ ਦੁਨੀਆ ਦੀਆਂ ਹੋਰ ਚੀਜ਼ਾਂ ਨੂੰ ਸੁਣਨ ਵਿੱਚ ਆਨੰਦ ਪ੍ਰਾਪਤ ਕਰਦੇ ਨੇ, ਪਰ ਜਿਨ੍ਹਾਂ ਅੰਦਰ ਸੱਚਾ ਪ੍ਰੇਮ ਪੈਦਾ ਹੋ ਗਿਆ, ਉਹ ਸਾਰੀਆਂ ਦੀਵਾਰਾਂ ਨੂੰ ਟੱਪ ਕੇ, ਉਹ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਇਹ ਪਰਮੇਸ਼ਰ ਦੇ ਰਸ ਦਾ, ਗੁਰੂ ਦੀ ਰਹਿਮਤ ਦਾ, ਸਤਿਗੁਰਾਂ ਦੇ ਦਰਬਾਰ ਦਾ ਆਨੰਦ ਮਾਣਦੇ ਨੇ। ਕਹਿੰਦੇ ਧੰਨ ਗੁਰੂ ਪ੍ਰੇਮ ਕੋ ਪੂਰ ਪ੍ਰਕਾਸ਼ ਕੀਓ, ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ। ਕਹਿੰਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਅਤੇ ਉਹਨਾਂ ਦੇ ਨਾਲ ਜਿਹੜੇ ਸਰੋਤੇ ਬੈਠੇ ਨੇ, ਸਾਰਿਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਧਿਆਨ ਧਰਿਆ। ਜਿਉਂ-ਜਿਉਂ ਉਹਨਾਂ ਦੇ ਕੌਤਕ ਸੁਣਦੇ, ਜਿਉਂ-ਜਿਉਂ ਉਹਨਾਂ ਦੀ ਅਜ਼ਮਤ ਸੁਣਦੇ, ਵਡਿਆਈ ਸੁਣਦੇ ਨੇ, ਤਿਉਂ-ਤਿਉਂ ਮਨ ਚਾਹ ਦੇ ਨਾਲ ਭਰਦਾ ਜਾਂਦਾ ਹੈ। ਔਰ ਸਰੀਰ ਕਰਕੇ ਜ਼ਰੂਰ ਬੈਠੇ ਨਜ਼ਰ ਆਉਂਦੇ ਨੇ, ਪਰ ਭਾਵਨਾ ਕਰਕੇ
ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਭੌਰੇ ਬਣ ਜਾਂਦੇ ਨੇ। ਕਿਵੇਂ ਬਣ ਜਾਂਦੇ ਨੇ? ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋਏ ਕੌਲਾ, ਨਾਨਕ ਦਾਸ ਉਹਨੂੰ ਸੰਗ ਲਪਟਾਇਓ ਜੋ ਬੂੰਦੇ ਚਾਤਰਿਕ ਮੌਲਾ। ਭਵਰ ਤੁਮਾਰਾ ਇਹ ਮਨ ਹੋਵੋ, ਇਹ ਮਨ ਭਵਰਾ ਬਣ ਜਾਂਦਾ ਹੈ। ਕਹਿੰਦੇ ਜਿਵੇਂ ਭਵਰਾ ਫੁੱਲਾਂ ਦੇ ਉੱਤੇ ਆ ਕੇ ਕਹਿੰਦੇ ਉਹਨਾਂ ਦੇ ਵਿੱਚੋਂ ਸੁਗੰਧੀ ਪ੍ਰਾਪਤ ਕਰਦਾ ਹੈ ਨਾ, ਉਹਦਾ ਧਿਆਨ ਸਾਰੇ ਪਾਸਿਆਂ ਤੋਂ ਹਟ ਜਾਂਦਾ ਹੈ। ਕਹਿੰਦੇ ਇੰਨਾ ਮਸਤ ਹੋ ਜਾਂਦਾ ਹੈ ਭਵਰਾ। ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋਏ ਕੌਲਾ। ਕਹਿੰਦੇ ਰੱਬ ਦੇ ਪਿਆਰੇ ਕਿਵੇਂ ਜੁੜਦੇ ਨੇ? ਬੜੀ ਸੋਹਣੀ ਉਦਾਹਰਨ ਦਿੱਤੀਆਂ ਨੇ, 2 ਉਦਾਹਰਨਾਂ ਦਿੱਤੀਆਂ ਨੇ। ਇੱਕ ਦੇ ਵਿੱਚ ਜ਼ਿਕਰ ਕੀਤਾ ਭਵਰ ਤੁਮਾਰਾ। ਭਵਰ ਦਾ ਅਰਥ ਹੈ ਭਵਰਾ। ਕਹਿੰਦੇ ਜਦੋਂ ਭਵਰਾ ਆਉਂਦਾ ਫੁੱਲ ਤੇ ਬੈਠਦਾ, ਇੰਨਾ ਮਸਤ ਹੁੰਦਾ ਫੁੱਲ ਦੇ ਉੱਪਰ ਬੈਠਾ ਹੋਇਆ, ਉਹਨੂੰ ਚੇਤਾ ਨਹੀਂ ਰਹਿੰਦਾ। ਕਹਿੰਦੇ ਫੁੱਲ ਉੱਪਰੋਂ ਬੰਦ ਹੋ ਜਾਂਦਾ ਹੈ, ਉਹਦੀ ਮੌਤ ਵੀ ਹੋ ਜਾਂਦੀ ਹੈ, ਪਰ ਕਹਿੰਦੇ ਛਾੜੇ ਨਾਹੀਂ ਖੇਤ। ਕਹਿੰਦੇ ਉਹ ਇਸ ਅਵਸਥਾ ਵਿੱਚ ਚਲਾ ਜਾਂਦਾ ਆ ਕਿ ਹੁਣ ਮਨ ਜੁੜ ਚੁੱਕਾ ਹੈ। ਰੱਬ ਦੇ ਪਿਆਰਿਆਂ ਦਾ ਜੀਵਨ ਇਹ ਹੁੰਦਾ ਹੈ। ਕਹਿੰਦੇ ਉਹ ਗੁਰੂ ਚਰਨਾਂ ਨਾਲ ਇਵੇਂ ਜੁੜਦੇ ਨੇ ਜਿਉਂ ਬੂੰਦੇ ਚਾਤਰਕ ਮੌਲਾ। ਜਿਵੇਂ ਚਾਤਰਕ ਨੂੰ ਸਵੰਤੀ ਬੂੰਦ ਮਿਲਦੀ ਹੈ ਨਾ, ਉਹ ਮੌਲ ਉੱਠਦਾ ਆ, ਉਹ ਖਿੜ ਉੱਠਦਾ ਆ। ਕਹਿੰਦੇ ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ, ਜਿਹੜੇ ਗੁਰੂ ਦੇ ਸੇਵਕ ਨੇ, ਗੁਰੂ ਤੇ ਸ਼ਰਧਾ ਰੱਖਣ ਵਾਲੇ ਨੇ, ਕਹਿੰਦੇ ਉਹ ਭਵਰੇ ਦੀ ਤਰ੍ਹਾਂ, ਉਹ ਚਾਤਰਕ ਦੀ ਨਿਆਈ। ਕਹਿੰਦੇ ਗੁਰੂ ਚਰਨਾਂ ਨਾਲ ਜੁੜਦੇ ਹੋ ਤੇ ਆਖਦੇ ਨੇ ਮੇਰਾ ਮਨ ਲੋਚੈ ਗੁਰੂ ਦਰਸ਼ਨ ਤਾਈ ਬਿਲਪ ਕਰੇ, ਚਾਤਰਕ ਕੀ ਨਿਆਈ ਤ੍ਰਿਖਾ ਨ ਉਤਰੇ, ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ। ਉਹ ਤੇ ਆਖਦੇ ਨੇ ਹਾਂ ਘੋਲੀ ਜੀਓ ਘੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀ। ਇਹ ਉਹਨਾਂ ਦੀ ਅਵਸਥਾ ਆ ਜਿਨ੍ਹਾਂ ਦਾ ਮਨ ਭਵਰਾ ਬਣ ਗਿਆ, ਜਿਨ੍ਹਾਂ ਦਾ ਮਨ ਚਾਤਰਕ ਦੇ ਵਾਂਗ ਗੁਰੂ ਚਰਨਾਂ ਨਾਲ ਜੁੜ ਗਿਆ। ਕਿਉਂਕਿ ਪਾਤਸ਼ਾਹ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ ਰੱਬ ਦੇ ਗੁਣ ਗਾਉਣੇ ਕਿਵੇਂ ਨੇ, ਗੁਰੂ ਦੇ ਨਾਲ ਜੁੜਨਾ ਕਿਵੇਂ ਹੈ। ਉੱਥੇ ਜ਼ਿਕਰ ਆਉਂਦਾ ਆ ਕਿ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ। ਕਹਿੰਦੇ ਮੱਛੀ ਦੀ ਨਿਆਈ, ਮੱਛੀ ਨੂੰ ਕਦੇ ਪਾਣੀ ਤੋਂ ਬਾਹਰ ਰੱਖੋ, ਅਸਲੀ ਮੱਛੀ ਹੋਵੇਗੀ ਤੜਪ ਤੜਪ ਕੇ ਜਾਨ ਦੇ ਦੇਵੇਗੀ। ਪਰ ਜੇ ਅੱਜ ਵਰਗੀਆਂ ਕਿਸੇ ਨੇ ਪਲਾਸਟਿਕ ਦੀ ਬਣਾ ਕੇ ਪਾਈ ਹੋਵੇ ਤੇ ਉਹਨੂੰ ਤੇ ਕੋਈ ਫਰਕ ਨਹੀਂ ਨਾ ਪੈਣਾ। ਭਾਵੇਂ ਜਿਹਦੇ ਅੰਦਰ ਸ਼ਰਧਾ ਹੈ ਉਹ ਅਸਲੀ ਮੱਛੀ ਦੀ ਨਿਆਈ ਹੈ, ਉਹਨੂੰ ਪਾਣੀ ਤੋਂ ਬਾਹਰ ਰੱਖੋ ਤੜਫੇਗਾ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ ਜਦੋਂ ਗੁਰੂ ਚਰਨਾਂ ਤੋਂ ਦੂਰ ਹੁੰਦੇ ਨੇ ਉਹ ਆਖਦੇ ਨੇ ਆਖਾਂ ਜੀਵਾਂ ਵਿਸਰੈ ਮਰ ਜਾਉ। ਉਹ ਆਖਦੇ ਨੇ ਨਾਨਕ ਨਾਮੈ ਬਾਝ ਸਨਾਤ। ਕਹਿੰਦੇ ਭਾਈ ਐਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ। ਕਹਿੰਦੇ ਪ੍ਰਕਾਸ਼ ਕੀਓ ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ। ਅੱਜ ਧਿਆਨ ਕਿੱਥੇ ਲਾਉਣਾ ਹੈ ਭਾਈ? ਗੁਰੂ ਚਰਨਾਂ ਦਾ ਧਿਆਨ ਧਰੀਏ, ਗੁਰੂ ਬਖਸ਼ਿਸ਼ ਦਾ, ਗੁਰੂ ਦੇ ਕੌਤਕਾਂ ਦਾ ਧਿਆਨ ਧਰੀਏ। ਭਾਈ ਇਹ ਕੌਤਕ ਹੀ ਨੇ ਜਿਹੜੇ ਸਾਨੂੰ ਗੁਰੂ ਦੇ ਨਾਲ ਪਰਮੇਸ਼ਰ ਨਾਲ ਜੋੜਨ ਵਾਲੇ ਨੇ। ਧੰਨ ਗੁਰੂ ਰਾਮਦਾਸ ਜੀ ਆਖਦੇ ਨੇ ਨਾ, ਇਹ ਰੱਬ ਜੀ ਜਦੋਂ ਮੈਂ ਤੁਹਾਡੇ ਕੌਤਕ ਦੇਖਦਾ ਕਹਿੰਦੇ ਮੈਂ ਹੈਰਾਨ ਹੋ ਜਾਣਾ। ਕਿਵੇਂ? ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ। ਕਹਿੰਦੇ ਮੈਂ ਹੈਰਾਨ ਹੋ ਜਾਣਾ। ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸਮਾਧੀ ਲੀਨ ਹੋਏ ਹਨ ਜੀ। ਹੋਏ ਬਦੇਹ ਗਏ ਤਹਿ ਕਾਲ, ਭਲੇ 10 ਦਵਾਰ ਮੈਂ ਸਵਾਸ ਟਿਕਾਇਓ। ਭਾਈ ਇਸ ਤਰ੍ਹਾਂ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਧੰਨ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸੁਣਿਆ, ਉਹਨਾਂ ਦੇ ਉਪਦੇਸ਼ ਸੁਣੇ, ਉਹਨਾਂ ਦੀ ਰਹਿਮਤ ਦੇਖੀ, ਵੱਡੇ ਵੱਡੇ ਰਾਖਸ਼ਾਂ ਨੂੰ ਮੱਤ ਦੇਣ ਵਾਲੇ, ਵੱਡੇ ਵੱਡੇ ਜੋਗੀਆਂ ਨੂੰ ਸਿੱਖਿਆ ਦੇਣ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ। ਕਹਿੰਦੇ ਉਹਨਾਂ ਦਾ ਐਸਾ ਇਤਿਹਾਸ ਸੁਣ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸਰੀਰ ਜ਼ਰੂਰ ਉੱਥੇ ਹੈ ਪਰ ਮਨ ਸਤਿਗੁਰਾਂ ਦੇ ਚਰਨਾਂ ਵਿੱਚ ਟਿਕਿਆ ਹੈ ਜੀ। ਸਰੋਤਾ ਗਏ ਉਠ ਆਪਣੇ ਧਾਮਣ, ਰਹਿਣ ਬਿਤੀ ਇੱਕ ਸਵਾਸ ਬਿਤਾਇਓ। ਕਵੀ ਜੀ ਲਿਖਦੇ ਸਰੋਤਾ ਗਏ ਉਠ ਆਪਣੇ ਧਾਮਨ। ਇਤਿਹਾਸ ਰੋਜ਼ ਹੁੰਦਾ ਸੀ, ਅੱਜ ਵੀ ਹੁੰਦਾ ਆ। ਬੜੇ ਬੜੇ ਸਰੋਤੇ ਆਉਂਦੇ ਨੇ,
ਕਈ ਆਉਂਦੇ ਨੇ ਮੱਥਾ ਟੇਕ ਕੇ ਸਿੱਧੇ ਚਲੇ ਜਾਂਦੇ ਨੇ, ਕਈਆਂ ਦੇ ਵਿੱਚ ਜਾਗ ਲੱਗਦੀ ਹੈ, ਕੁਝ ਮਿੰਟ ਬੈਠਦੇ ਨੇ, ਪਰ ਕਈ ਐਸੇ ਪਿਆਰੇ ਨੇ ਕਈ ਘੜੀਆਂ ਕਈ ਘੰਟੇ ਹਰ ਰੋਜ਼ ਦੇ ਨੇਮ ਦੇ ਨਾਲ ਪਾਤਸ਼ਾਹ ਦੇ ਇਤਿਹਾਸ ਨੂੰ ਸੁਣਨ ਦਾ ਯਤਨ ਕਰਦੇ ਨੇ। ਜ਼ਰੂਰੀ ਨਹੀਂ ਕਿ ਸਾਰੇ ਇੱਥੇ ਆ ਕੇ ਕੁਝ ਮੀਡੀਆ ਦੇ ਰਾਹੀਂ ਸੁਣਦੇ ਨੇ। ਸੋ ਇਸੇ ਤਰ੍ਹਾਂ ਕਹਿੰਦੇ ਸਰੋਤਾ ਗਏ ਉੱਠ ਆਪਣੇ ਧਾਮਨ। ਹੁਣ ਜਦੋਂ ਭਾਈ ਬਾਲਾ ਜੀ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੌਤਕ ਇੱਥੇ ਰੋਕੇ ਨੇ, ਕਹਿੰਦੇ ਸਾਰੇ ਜਿਹੜੇ ਸਰੋਤਾ ਜਨ ਨੇ ਆਪੋ ਆਪਣੇ ਘਰਾਂ ਨੂੰ ਗਏ, ਰਹਿਣ ਬਿਤੀ ਇੱਕ ਦਿਵਸ ਬਿਤਾਇਓ। ਕਹਿੰਦੇ ਹੁਣ ਰਾਤ ਬਤੀਤ ਹੋਈ ਹੈ। ਇਸ ਤੋਂ ਭਾਵੇਂ ਹੈ ਕਿ ਜਿਹੜੀ ਸ਼ਾਮ ਦੀ ਕਥਾ ਦਾ ਸਮਾਂ ਹੈ ਨਾ, ਇਹ ਅੱਜ ਦਾ ਨਹੀਂ ਹੈ, ਇਹ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਹੈ। ਕਹਿੰਦੇ ਸ਼ਾਮ ਦੇ ਸਮੇਂ ਇਹ ਕਥਾ ਦਾ ਵੇਲਾ ਸੀ ਤੇ ਹੁਣ ਸਾਰੇ ਸਰੋਤਾ ਜਨ ਆਪੋ ਆਪਣੇ ਘਰਾਂ ਨੂੰ ਗਏ, ਆਪਣੇ ਘਰ ਜਾ ਕੇ ਰਹਿਣ ਬਤੀਤ ਕੀਤੀ ਹੈ ਜੀ। ਫੇਰ ਨਿਸਾਹ ਪਈ ਦਿਓਸ ਚਰਿਓ, ਛੁਟਕਿਓ ਨਹਿ ਧਿਆਨ ਅਖੰਡ ਲਗਾਇਓ। ਪਰ ਕਹਿੰਦੇ ਦੂਜੇ ਪਾਸੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹਨਾਂ ਧਿਆਨ ਬਾਬੇ ਨਾਨਕ ਦੇ ਕੌਤਕਾਂ ਵਿੱਚ, ਉਹਨਾਂ ਦੀ ਵਡਿਆਈ ਵਿੱਚ ਟਿਕਿਆ। ਕਹਿੰਦੇ ਨਿਸ਼ਾ ਭਈ ਦਿਓਸ ਚਰਿਓ, ਰਾਤ ਬਤੀਤ ਹੋ ਗਈ, ਦਿਨ ਚੜ ਗਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਇੱਕ ਲੀਨ ਸਮਾਧੀ ਵਿੱਚ, ਅਖੰਡ ਸਮਾਧੀ ਵਿੱਚ ਧਿਆਨ ਅਖੰਡ ਲਗਾਇਓ। ਕਹਿੰਦੇ ਇੱਕ ਸਮਾਧੀ ਵਿੱਚ ਲੀਨ ਹਨ ਜੀ। ਖਾਣ ਨ ਪਾਣ ਨ ਨਹਾਣ ਕੀਓ, ਨਰ ਆਪਸ ਮੈਂ ਮਿਲ ਬਹਿਣ ਅਲਾਇਓ। ਕਹਿੰਦੇ ਐਸਾ ਹੋਇਆ ਇਸ ਦਿਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਖਾਣ ਨਾ ਪਾਣ ਨਾ ਨਹਾਣ ਕੀਓ। ਕਹਿੰਦੇ ਪਾਤਸ਼ਾਹ ਜੀ ਨੇ ਕੁਝ ਖਾਧਾ ਨਹੀਂ, ਕੁਝ ਪੀਤਾ ਨਹੀਂ। ਤੁਸੀਂ ਦੇਖੋ ਇਹ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਵੇਲਾ ਕਿਉਂ ਦਿੱਤਾ ਹੈ? ਜਦੋਂ ਆਪਾਂ ਦਿਨ ਵਿੱਚ ਹੁੰਦੇ ਆ ਸਾਨੂੰ ਪਿਆਸ ਵੀ ਲੱਗਦੀ ਹੈ, ਸਾਨੂੰ ਭੁੱਖ ਵੀ ਲੱਗਦੀ ਹੈ, ਸਾਡਾ ਮਨ ਆਸੇ ਪਾਸੇ ਝਾਕਦਾ ਆ, ਕਿਉਂਕਿ ਸੰਸਾਰੀ ਆ, ਕਿਰਤ ਵਿੱਚ ਭੱਜਾ ਫਿਰਦਾ ਆ। ਪਰ ਇਸੇ ਕਰਕੇ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ ਹੈ ਕਿ ਇਹ ਸਮਾਂ ਐਸਾ ਹੁੰਦਾ ਹੈ, ਨਾ ਮਨੁੱਖ ਨੂੰ ਭੁੱਖ ਲੱਗਦੀ ਹੈ, ਨਾ ਤ੍ਰੇਹ ਲੱਗਦੀ ਹੈ, ਤੇ ਨਾ ਹੀ ਉਹਦਾ ਧਿਆਨ ਆਪਣੇ ਕਾਰੋਬਾਰ ਦੀਆਂ ਬਿਰਤੀਆਂ ਵਿੱਚ ਜਾਂਦਾ ਹੈ। ਇਹੀ ਗੱਲ ਤੁਸੀਂ ਆਪਾਂ ਦਿਨ ਦੇ ਸਮੇਂ ਦੇਖਾਂਗੇ, ਸਾਡਾ ਧਿਆਨ ਨਹੀਂ ਲੱਗੇਗਾ। ਫਿਰ ਆਪਾਂ ਗੱਲਾਂ ਕਰਦੇ ਹਾਂ, ਪਾਠ ਕਰਦਿਆਂ ਵੀ ਗੱਲਾਂ ਕਰਦੇ ਹਾਂ, ਆਪਣੇ ਕੰਮ ਵੀ ਦੱਸੀ ਜਾਂਦੇ ਹਾਂ, ਸਾਰਾ ਬਿਜ਼ਨਸ ਵੀ ਚਲਾਈ ਜਾਂਦੇ ਹਾਂ। ਗੁਰੂ ਨੇ ਸਾਨੂੰ ਅੰਮ੍ਰਿਤ ਵੇਲਾ ਦਿੱਤਾ ਹੈ ਭਾਈ, ਉਹਦਾ ਕੋਈ ਖਾਸ ਕਾਰਨ ਹੈ। ਐਵੇਂ ਨਹੀਂ ਬਾਣੀ ਵਿੱਚ ਆਖਿਆ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਇਹ ਅੰਮ੍ਰਿਤ ਵੇਲੇ ਦੀ ਮਹਾਨਤਾ ਜਿਹੜੀ ਹੈ, ਚਾਲ ਆਗੇ ਉਠ ਨਾਮ ਜਪ ਨਿਸ ਬਾਸਰ ਆਰਾਧ ਹੈ। ਇਸੇ ਕਰਕੇ ਹੈ ਕਿ ਇਹ ਜਿਹੜਾ ਸਮਾਂ ਆ, ਇਸ ਸਮੇਂ ਦੇ ਅੰਦਰ ਨਾ ਸਾਨੂੰ ਫਿਕਰ ਹੁੰਦਾ ਕਿਸੇ ਤਰ੍ਹਾਂ ਦਾ, ਪਰ ਕਹਿੰਦੇ ਸੁਰਤਿਆਂ ਉਪਜੈ ਚਾਓ। ਜਿਹੜੇ ਸੁਰਤੇ ਹੁੰਦੇ ਨੇ ਉਹਨਾਂ ਦੇ ਅੰਦਰ ਚਾਅ ਪੈਦਾ ਹੋ ਜਾਂਦਾ ਹੈ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਕਹਿੰਦੇ ਉਹਨਾਂ ਦੀ ਦੋਸਤੀ ਪਾਣੀ ਦੇ ਨਾਲ। ਇਸ਼ਨਾਨ ਕਰਦੇ ਨੇ, ਸੌਚ ਇਸ਼ਨਾਨ ਕਰਕੇ ਗੁਰੂ ਦੇ ਧਿਆਨ ਵਿੱਚ ਜੁੜਦੇ, ਰੱਬ ਦੇ ਧਿਆਨ ਵਿੱਚ ਜੁੜਦੇ ਨੇ। ਇਸੇ ਕਰਕੇ ਕਹਿੰਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਿੰਨਾ ਉੱਚਾ ਜੀਵਨ ਆ। ਬਾਬੇ ਨਾਨਕ ਦੇ ਉਪਦੇਸ਼ਾਂ ਦੇ ਕਿੰਨਾ ਭਰੋਸਾ ਆ, ਕਿੰਨੀ ਸ਼ਰਧਾ ਹੋਵੇਗੀ, ਕਿੰਨੇ ਪਿਆਰ ਨਾਲ ਸੁਣਦੇ ਹੋਣਗੇ। ਨਹੀਂ ਤੇ ਸਾਡੀ ਬਿਰਤੀ ਕੀ ਹੈ? ਆਪਾਂ ਤੇ ਇੱਥੇ ਆਉਂਦਿਆਂ ਵੀ ਗਿਣਤੀ ਕਰਦੇ ਆ, ਬੈਠੇ ਹੋਏ ਵੀ ਇੱਕ ਦੂਸਰੇ ਵੱਲ ਦੇਖਦੇ ਆ, ਕੌਣ ਆਇਆ ਕੌਣ ਗਿਆ। ਸਾਨੂੰ ਤੇ ਇਹੀ ਧਿਆਨ ਰਹਿੰਦਾ ਹੈ ਕਿਹਦਾ ਸਿਰ ਨੰਗਾ, ਕਿੰਨੇ ਢੱਕਿਆ, ਕਿਹੜਾ ਕਿਸ ਤਰ੍ਹਾਂ ਮੱਥਾ ਟੇਕਦਾ। ਬਹੁਤਿਆਂ ਦੀ ਬਿਰਤੀ ਇੱਥੋਂ ਤੱਕ ਹੀ ਸੀਮਤ ਰਹਿੰਦੀ ਹੈ। ਪਰ ਰੱਬੀ ਪਿਆਰੇ ਜਿਹੜੇ ਹੁੰਦੇ ਨੇ ਨਾ, ਉਹ ਆਪਣੇ ਮਨ ਨੂੰ, ਆਪਣੇ ਨੇਤਰਾਂ ਨੂੰ ਕਾਬੂ ਕਰਕੇ ਆਪਣਾ ਧਿਆਨ ਗੁਰੂ ਚਰਨਾਂ ਵਿੱਚ ਲਾ ਕੇ ਜੋ ਉਪਦੇਸ਼ ਹੋ ਰਿਹਾ ਉਹਦੇ ਤੇ ਆਪਣਾ ਧਿਆਨ ਕੇਂਦਰਿਤ ਕਰਦੇ ਨੇ। ਸਤਿਗੁਰੂ ਜੀ ਦਾ ਇਤਿਹਾਸ ਸਾਨੂੰ ਸਿੱਖਿਆ ਦਿੰਦਾ, ਨਾਲ ਆਪਸ ਵਿੱਚ ਮਿਲ ਬੈਨ ਅਲਾਇਓ। ਗੁਰੂ ਅੰਗਦ ਦੇਵ ਮਹਾਰਾਜ ਜੀ ਟਿਕੇ ਹੋਏ ਨੇ ਸਮਾਧੀ ਵਿੱਚ। ਜਿਹੜੇ ਉਹਨਾਂ ਦੇ ਲਾਗੇ ਹੋਰ ਸਰੋਤੇ ਨੇ, ਅਗਲੇ ਦਿਨ ਗੁਰੂ ਕੇ ਸੇਵਕ ਨੇ, ਉਹ ਆਪਸ ਵਿੱਚ ਬਚਨ ਕਰਦੇ ਹਨ ਜੀ। ਸ਼੍ਰੀ ਗੁਰੂ ਅੰਗਦ ਜੀ ਤਜ ਦੇਹ ਗਇਓ,
ਕਰਤਾਰ ਕੇ ਮਦ ਸਮਾਇਓ। ਕਹਿੰਦੇ ਸਾਰੇ ਆਖਦੇ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਉਹਨਾਂ ਨੇ ਸਰੀਰ ਜ਼ਰੂਰ ਇੱਥੇ ਹੈ, ਪਰ ਮਨ ਜਿਹੜਾ ਹੈ ਉਹ ਪਰਮੇਸ਼ਰ ਦੇ ਹਜ਼ੂਰ ਆ। ਕਈਆਂ ਨੇ ਇਹੀ ਭੁਲੇਖਾ ਵੇਈ ਦੇ ਕੰਢੇ ਤੇ ਵੀ ਖਾਧਾ ਸੀ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਰਮੇਸ਼ਰ ਦੇ ਘਰ ਵਿੱਚ ਮਨ ਕਰਕੇ ਪਹੁੰਚੇ, ਭਾਵਨਾ ਕਰਕੇ, ਵਿਚਾਰ ਕਰਕੇ ਪਹੁੰਚੇ ਨੇ, ਕਈਆਂ ਨੇ ਉਦੋਂ ਵੀ ਬੜੇ ਸੰਕੇ ਖੜੇ ਕਰ ਦਿੱਤੇ ਸਨ। ਇਸੇ ਤਰ੍ਹਾਂ ਕਹਿੰਦੇ ਕਈਆਂ ਦੇ ਮਨ ਵਿੱਚ ਆਇਆ, ਪਰ ਇਹ ਸਰੋਤੇ ਬੜੇ ਸਿਆਣੇ ਨੇ, ਇਹਨਾਂ ਨੂੰ ਪਤਾ ਹੈ, ਕਿਉਂਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਪ੍ਰਭੂ ਚਰਨਾਂ ਵਿੱਚ ਲੀਨ ਹੋਏ ਨੇ। ਭਾਈ ਗੁਰੂ ਉਹ ਆ ਜਿਹੜਾ ਸਾਨੂੰ ਆਪਣੇ ਨਾਲ ਨਹੀਂ ਪਰਮੇਸ਼ਰ ਨਾਲ ਜੋੜਦਾ ਹੈ। ਇਹ ਗੁਰੂ ਦੀ ਵਡਿਆਈ ਹੈ, ਜਿਹੜਾ ਆਪਣੇ ਨਾਲ ਜੋੜੇ, ਜਿਹੜਾ ਆਪਣੀਆਂ ਗੱਲਾਂ ਤੇ ਹੀ ਕਰੇ, ਉਹ ਨਹੀਂ। ਕਹਿੰਦੇ ਸਤਿਗੁਰੂ ਜੀ ਦੀ ਕਰਤਾਰ ਕੇ ਮੱਧ ਸਮਾਇਓ। ਸਾਰੇ ਆਖਦੇ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਪਰਮੇਸ਼ਰ ਵਿੱਚ ਉਹਨਾਂ ਦਾ ਮਨ ਟਿਕਿਆ ਹੈ ਜੀ। ਭੈ ਕਰ ਕੋ ਨਾ ਬੁਲਾਏ ਸਕੈ, ਢਿਗ ਬੈਠ ਰਹੇ ਨਾਰ ਜੋ ਤਹਿ ਜਾਈ। ਕਿਉਂਕਿ ਰੋਜ਼ ਦਾ ਨੇਮ ਸੀ, ਜਿਵੇਂ ਸੰਗਤ ਆਈ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬੈਠੇ ਹੋਏ ਨੇ। ਭੈ ਕਰ ਕੋ ਨਾ ਬੁਲਾਏ ਸਕੈ। ਇੱਥੇ ਭੈ ਜਿਹੜਾ ਹੈ ਨਾ, ਭੈ ਦੇ ਦੋ ਅਰਥ ਨੇ। ਇੱਕ ਭੈ ਦਾ ਅਰਥ ਹੁੰਦਾ ਡਰ, ਇੱਕ ਭੈ ਦਾ ਅਰਥ ਹੁੰਦਾ ਨਿਰਮਲ ਭਉ। ਜਿਹੜਾ ਨਿਰਮਲ ਭਉ, ਨਿਰਮਲ ਭਉ ਕੀ ਹੈ? ਇੱਕ ਡਰ ਆ ਜਿਹੜਾ ਅਸੀਂ ਜਿਵੇਂ ਸੜਕ ਤੇ ਚੱਲਦੇ ਹਾਂ, ਸਾਨੂੰ ਪਤਾ ਕਿ ਰੈੱਡ ਲਾਈਟ ਵਾਲੇ ਨਹੀਂ ਕੋਈ ਖੜਾ, ਸੀ ਅੱਗੇ ਨਿਕਲ ਜਾਂਦੇ ਹਾਂ, ਜਾਂ ਕੈਮਰਾ ਲੱਗਾ ਸੀ ਜੁਰਮਾਨੇ ਤੋਂ ਡਰਦੇ ਹਾਂ, ਇੱਕ ਉਹ ਡਰ ਆ। ਪਰ ਇੱਥੇ ਜਿਹੜਾ ਡਰ ਆ ਨਾ, ਇਹ ਨਿਰਮਲ ਭਉ ਵਾਲਾ ਹੈ, ਪਿਆਰ ਵਾਲਾ ਡਰ ਆ। ਸਾਨੂੰ ਪਤਾ ਸਾਡੇ ਸੱਚੇ ਪਾਤਸ਼ਾਹ ਦੀ ਹਜ਼ੂਰੀ ਹੈ। ਇੱਥੇ ਅਸੀਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਇੱਥੇ ਅਸੀਂ ਹੋਰ ਕੁਝ ਨਹੀਂ ਕਰਨਾ। ਇੱਥੇ ਕੇਵਲ ਗੁਰੂ ਚਰਨਾਂ ਵਿੱਚ ਇਕਾਗਰ ਚੀਤ ਹੋ ਕੇ ਬੈਠ ਕੇ ਗੁਰੂ ਸ਼ੋਭਾ ਨੂੰ, ਗੁਰੂ ਮਹਿਮਾ ਨੂੰ, ਗੁਰੂ ਵਡਿਆਈ ਨੂੰ ਸਰਵਣ ਕਰਨਾ ਹੈ। ਭੈ ਕਰ ਕੋ ਨਾ ਬੁਲਾਏ ਸਕੈ। ਹੁਣ ਸਾਰਿਆਂ ਦੇ ਅੰਦਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਨਿਰਮਲ ਭਉ ਆ, ਇਸ ਕਰਕੇ ਕੋਈ ਨੇੜੇ ਨਹੀਂ ਜਾ ਰਿਹਾ। ਟਿਗ ਬੈਠ ਰਹੇ ਨਾਲ ਜੋ ਤਹਿ ਜਾਈ। ਜਿਹੜਾ ਵੀ ਜਾਂਦਾ ਸਤਿਗੁਰਾਂ ਦੇ ਨੇੜੇ ਬੈਠ ਜਾਂਦਾ ਹੈ। ਇਸ ਤਰ੍ਹਾਂ ਕਵੀ ਜੀ ਲਿਖਦੇ ਹਨ ਜੀ। ਸਾਤ ਨਿਸਾਹ ਪੁਨ ਸਾਤ ਹੀ ਬਾਸੁਰ, ਬੀਤ ਗਏ ਤਨ ਸੋਝੀ ਨਾ ਆਈ। ਕੁਝ ਦਿਨਾਂ ਦੀ ਗੱਲ ਕਵੀ ਜੀ ਕਰਦੇ। ਕਹਿੰਦੇ ਕੁਝ ਦਿਨ ਸਤਿਗੁਰੂ ਜੀ ਇਸ ਤਰ੍ਹਾਂ ਕੁਝ ਰਾਤਾਂ ਸਮਾਧੀ ਵਿੱਚ ਲੀਨ ਰਹੇ ਨੇ, ਭਾਵ ਉਹਨਾਂ ਦਾ ਧਿਆਨ ਪਰਮੇਸ਼ਰ ਵਿੱਚ ਜੁੜਿਆ। ਬੀਤ ਗਏ ਤਨ ਸੋਝੀ ਨਾ ਆਈ। ਇਸ ਤਰ੍ਹਾਂ ਰੱਬ ਵਿੱਚ ਜੁੜੇ ਹਨ ਜੀ। ਲੋਚਨ ਕੀ ਪਲਕਾਂ ਸੋ ਜੁਟੇ, ਇੱਕ ਆਸਣ ਬੈਠੇ ਅਡੋਲ ਸੁਹਾਈ। ਅੱਜ ਵੀ ਤੁਸੀਂ ਦੇਖੋਗੇ ਕਈ ਰੱਬੀ ਪਿਆਰੇ ਜਿਹੜੇ ਨੇ ਜਦੋਂ ਬੰਦਗੀ ਵਿੱਚ ਬੈਠਦੇ ਨੇ, ਉਹ ਕਈ ਘੰਟੇ ਵੀ ਬੈਠ ਜਾਂਦੇ ਨੇ, ਤੇ ਕਈ ਜਿਹੜੇ ਨੇ ਉਹ 2 ਘੜੀਆਂ ਵੀ ਬੈਠਣਾ ਔਖਾ ਹੋ ਜਾਂਦਾ ਹੈ। ਉਹ ਜਿੰਨਾ ਕੁ ਸਮਾਂ ਗੁਰੂ ਚਰਨਾਂ ਵਿੱਚ ਕੱਢਦੇ ਨੇ, ਕਈ ਤੇ ਆਪਣੇ ਹੀ ਕੰਮ ਕਰਕੇ ਚਲੇ ਜਾਂਦੇ ਨੇ। ਕੋਈ ਬੱਚੇ ਖਿਡਾ ਕੇ ਚਲੇ ਜਾਂਦਾ, ਕੋਈ ਪਿਕਨਿਕ ਮਨਾ ਕੇ ਚਲੇ ਜਾਂਦਾ। ਦੁਨੀਆ ਬਹੁਤ ਆਉਂਦੀ, ਸੰਗਤ ਰੂਪ ਵਿੱਚ ਆਉਂਦੀ ਹੈ, ਪਰ ਬਹੁਤੇ ਇਕੱਲੇ ਕਈ ਸਰੋਵਰ ਦੇ ਚੱਕਰਾਂ ਵਿੱਚ ਹੀ ਮਸਤ ਰਹਿੰਦੇ ਨੇ। ਕੋਈ ਇੱਧਰ ਉੱਧਰ ਬੈਠ ਕੇ ਆਪਣਾ ਟਾਈਮ ਪਾਸ ਕਰਕੇ ਚਲੇ ਜਾਂਦੇ ਨੇ। ਪਰ ਕੁਝ ਐਸੇ ਵੀ ਨੇ ਜਿਹੜੇ ਭਵਰ ਤੁਮਾਰਾ ਇਹ ਮਨ ਹੋਵੋ, ਆਪਣੇ ਮਨ ਨੂੰ ਭਵਰਾ ਬਣਾ ਕੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਨੇ। ਲੋਚਨ ਕੀ ਪਲਕਾ ਸੋ ਜੁਟੇ। ਸਤਿਗੁਰਾਂ ਦੀ ਅੱਖਾਂ ਦੀਆਂ ਪਲਕਾਂ ਬੰਦ ਨੇ। ਕਹਿੰਦੇ ਆਸਣ ਬੈਠੇ ਅਡੋਲ ਸੁਹਾਈ। ਜਿਸ ਆਸਣ ਤੇ ਸਤਿਗੁਰ ਜੀ ਬੈਠੇ ਨੇ, ਐ ਸਾਵਧਾਨ ਹੋ ਕੇ ਸਤਿਗੁਰ ਜੀ ਇੱਕ ਸਮਾਧੀ ਵਿੱਚ ਲੀਨ ਹਨ ਜੀ। ਤਾਂ ਪਦ ਪੰਕਜ ਕੋ ਮਮ ਬੰਦਨ, ਸੀਸ ਨਵਾਏ ਕਰੋ ਹਿਤ ਲਾਈ। ਕਹਿੰਦੇ ਐਸੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਮੈਂ ਆਪਣਾ ਮਮ ਬੰਧਨ ਸੀਸ ਨਵਾਏ। ਮੇਰੀ ਬੰਦਨਾ, ਮੇਰੀ ਨਮਸਕਾਰ ਜਿਹੜੀ ਹੈ ਐਸੇ ਗੁਰੂ ਦੇ ਚਰਨਾਂ ਤੇ ਸਿਰ ਨਵਾ ਕੇ ਹੈ। ਪਰ ਕਿਵੇਂ ਹੈ? ਕੱਲਾ ਸਿਰ ਨਵਾਉਣਾ ਨਹੀਂ, ਇੱਥੇ ਵੀ ਹਿਤ ਕਹੋ ਹਿਤ ਲਾਈ। ਕਵੀ ਜੀ ਬੜੀ ਸੋਹਣੀ ਗੱਲ ਕਰਦੇ। ਵੇਖੋ ਸੀਸ ਤੇ ਬੜੇ ਨਵਾਉਂਦੇ ਨੇ। ਸੀਸ ਨਵਾਇਆ ਕਿਆ ਥੀਏ ਜਾ ਹਿਰਦੈ ਕੁਸੱਦੇ ਜਾਹੇ।
ਹੁਣ ਦੇਖੋ ਜੇ ਇਕੱਲੇ ਸੀਸ ਨਵਾਉਣ ਦੀ ਗੱਲ ਹੋਏ, ਕਲਗੀਧਰ ਪਿਤਾ ਜੀ ਆਖਦੇ ਜਿਹੜੇ ਤੋਪਸੀ ਨੇ ਉਹ ਵੀ ਬੜਾ ਨਿਸ਼ਾਨਾ ਝੁਕ ਝੁਕ ਲਾਉਂਦੇ ਨੇ, ਜਿਹੜੇ ਨਸ਼ਈ ਨੇ ਉਹ ਵੀ ਬੜਾ ਸਿਰ ਨੀਵਾਂ ਕਰਕੇ ਬੈਠੇ ਰਹਿੰਦੇ ਨੇ, ਡਿੱਗੇ ਰਹਿੰਦੇ ਨੇ। ਕਹਿੰਦੇ ਇਹਦਾ ਭਾਵ ਇਹ ਨਹੀਂ ਕਿ ਰੱਬ ਨੂੰ ਨਮਸਕਾਰਾਂ ਕਰ ਰਹੇ ਨੇ, ਹਰ ਇੱਕ ਦਾ ਨਿਵਣਾ ਜਿਹੜਾ ਆ ਉਹ ਪਰਮੇਸ਼ਰ ਅੱਗੇ ਨਿਵਣਾ ਨਹੀਂ ਹੈ ਭਾਈ। ਉਹ ਵਿਰਲੇ ਹੀ ਨੇ ਜਿਹੜੇ ਰੱਬ ਅੱਗੇ ਆ ਕੇ ਨਿਵਦੇ ਨੇ। ਕਹਿੰਦੇ ਕਹੋ ਹਿੱਤ ਲਾਈ, ਗੁਰੂ ਨੂੰ ਮੱਥਾ ਬੜੇ ਟੇਕਦੇ ਆ, ਪਰ ਹਿੱਤ ਲਾ ਕੇ ਭਾਵਨਾ ਕਰਕੇ ਸ਼ਰਧਾ ਕਰਕੇ। ਹੁਣ ਆਪਾਂ ਜਿਹਦੀ ਵਿਆਖਿਆ ਕਰਦੇ ਹਾਂ ਤਾਂ ਕਲਗੀਧਰ ਪਿਤਾ ਜੀ ਦੇ ਬਚਨਾਂ ਦੀ, ਸਤਿਗੁਰੂ ਜੀ ਆਖਦੇ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ। ਜਾਂ ਨਿਖਾਲਸਾ ਕੌਣ ਆ? ਦੁਨੀਆ ਬੜੇ ਸਵਾਲ ਕਰਦੀ ਹੈ, ਇਹਦੇ ਇਹ ਅਰਥ ਨੇ ਨਹੀਂ ਭਾਈ ਆਪਾਂ ਕਿਸੇ ਨੂੰ ਕੀ ਪੁੱਛਣਾ ਹੈ, ਕਲਗੀਧਰ ਪਿਤਾ ਜੀ ਨੂੰ ਪੁੱਛੀਏ ਖਾਲਸੇ ਦੇ ਅਰਥ ਕੀ ਨੇ, ਜਿਹਨੂੰ ਲੋਕ ਗਲਤ ਰੰਗਤ ਦੇਣ ਦੀ ਯਤਨ ਕਰਦੇ ਨੇ। ਕਹਿੰਦੇ ਪੂਰਨ ਜੋਤ ਜਗੈ ਘਟ ਮੈਂ, ਸਾਡੇ ਅੰਦਰ ਰੱਬ ਦੀ ਪੂਰਨ ਜੋਤ ਜਗ ਜਾਵੇ, ਭਾਵੇਂ ਕਿ ਸਾਡਾ ਮਨ ਰੱਬ ਦੇ ਚਰਨਾਂ ਨਾਲ ਅਭੇਦ ਹੋ ਜਾਵੇ, ਅਸੀਂ ਸੰਸਾਰ ਵਿੱਚ ਵਿਚਰਦੇ ਤੇ ਦਿਖੀਏ। ਪੂਰਨ ਪ੍ਰੇਮ ਪ੍ਰਤੀਤ ਸਜੈ, ਸ਼ਰਧਾ ਇੰਨੀ ਹੋਵੇ, ਪ੍ਰੇਮ ਇੰਨਾ ਭਰਿਆ ਹੋਵੇ ਕਿ ਰੱਬ ਨਾਲ ਜੁੜੇ ਹੋਈਏ। ਅਸਲੀ ਖਾਲਸਾ ਉਹ ਹੈ। ਭਗਤ ਕਬੀਰ ਜੀ ਵੀ ਆਖਦੇ ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੇ ਜਾਣੀ। ਖਾਲਸਾ ਕੌਣ ਹੈ? ਜਿਹਨੇ ਪ੍ਰੇਮਾ ਭਗਤੀ ਜਾਣੀ ਹੈ। ਜਿਹਦੇ ਅੰਦਰ ਪ੍ਰੇਮਾ ਭਗਤੀ ਨਹੀਂ ਹੈ, ਭਾਵੇਂ ਉਹ ਬਾਣਾ ਜਿੰਨਾ ਮਰਜੀ ਵਧੀਆ ਪਾ ਕੇ ਬੈਠਾ ਹੋਵੇ, ਉਹ ਖਾਲਸਾ ਨਹੀਂ। ਜਿਹਨੇ ਪ੍ਰੇਮ ਭਗਤ ਜਾਣ ਲਈ ਹੈ ਭਾਈ, ਉਹ ਅਸਲ ਵਿੱਚ ਖਾਲਸਾ ਹੈ। ਜਦੋਂ ਸਮਾਂ ਆਉਂਦਾ ਪ੍ਰਗਟ ਵੀ ਹੋ ਜਾਂਦਾ ਹੈ। ਸਤਿਗੁਰੂ ਜੀ ਦੀ ਇੱਥੇ ਕਵੀ ਜੀ ਲਿਖਦੇ, ਕਹਿੰਦੇ ਬੰਧਨ ਮਮ ਬੰਧਨ ਸੀਸ ਨਵਾਏ ਕਹੋ ਹਿੱਤ ਲਾਈ। ਹਿੱਤ ਦਾ ਭਾਵ ਹੁੰਦਾ ਭਾਵਨਾ ਕਰਕੇ ਮੇਰੀ ਸਤਿਗੁਰਾਂ ਦੇ ਚਰਨਾਂ ਵਿੱਚ ਬੰਧਨ ਹੈ ਜੀ। ਸ਼੍ਰੀ ਗੁਰ ਪਗ ਹੈ ਸ਼ਾਂਤ ਸਰ, ਮਨ ਮ੍ਰਿਗ ਤਿਸੈ ਮਿਲਾਏ। ਸ੍ਰੀ ਗੁਰ ਪਗ ਹੈ ਸ਼ਾਂਤ ਸਰ, ਮਨ ਮ੍ਰਿਗ ਤਿਸੇ ਮਿਲਾਏ। ਕਹਿੰਦੇ ਗੁਰੂ ਜੀ ਦੇ ਚਰਨ ਜਿਹੜੇ ਨੇ ਇਹ ਸ਼ਾਂਤੀ ਦਾ ਸਰੋਵਰ ਨੇ। ਆਪਣੇ ਮ੍ਰਿਗ ਰੂਪੀ ਜਿਹੜਾ ਮਨ ਹੈ, ਕਹਿੰਦੇ ਉਸ ਵਿੱਚ ਪ੍ਰੇਮ ਕਰਵਾ, ਉਸ ਵਿੱਚ ਪ੍ਰਵੇਸ਼ ਕਰਾ ਕੇ ਕਹਿੰਦੇ ਮੇਰੇ ਅੰਦਰ ਇਹ ਬੁੱਧੀ ਆ ਜਾਵੇ ਕਿ ਮੈਂ ਇਹ ਜਿਹੜੀ ਕਥਾ ਪਵਿੱਤਰ ਕਥਾ ਹੈ ਬਿਆਨ ਕਰਦਾ ਰਹਾ। ਕਵੀ ਜੀ ਆਖਦੇ ਕਹਿੰਦੇ ਗੁਰੂ ਦਾ ਜਿਹੜੇ ਚਰਨ ਨੇ, ਆ ਜਿਹੜੀ ਸੰਗਤ ਕੀ ਹੈ, ਸੰਗਤ ਵੀ ਇੱਕ ਸਰੋਵਰ ਹੈ। ਜਿਵੇਂ ਬਾਹਰ ਦਾ ਸਰੋਵਰ ਹੈ ਨਾ, ਜਿਹੜਾ ਸਾਡੇ ਤਨ ਦਾ ਇਸ਼ਨਾਨ ਕਰਾਉਂਦਾ ਹੈ, ਇਹ ਜਿਹੜਾ ਗੁਰੂ ਦਾ ਸੰਗਤ ਰੂਪੀ ਸਰੋਵਰ ਆ, ਇਹ ਜਿਹੜਾ ਸਰੋਵਰ ਆ ਨਾ, ਇੱਥੇ ਸਾਡੇ ਮਨ ਦਾ ਇਸ਼ਨਾਨ ਹੁੰਦਾ ਹੈ। ਬਾਹਰ ਦਾ ਇਸ਼ਨਾਨ ਜਿਹੜਾ ਉਹ ਪਾਣੀ ਦੇ ਨਾਲ ਹੀ ਹੋਣਾ ਆ। ਇਹ ਬਚਨ ਹੈ, ਤੁਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ ਨਾ, ਸਾਡੇ ਹੱਥ ਪੈਰ ਗੰਦੇ ਹੋ ਜਾਣ, ਕਿਵੇਂ ਧੁੱਪਣੇ 'ਚ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਕੇ। ਕਹਿੰਦੇ ਮੂਰਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਹੋ ਧੋਏ, ਪਰ ਜੇ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਮੈਂ ਕਹਿ। ਜੇ ਮਤ ਮੈਲੀ ਹੋ ਜਾਵੇ, ਮਤ ਨੂੰ ਕੋਈ ਦੁਨੀਆ ਦਾ ਪਾਣੀ ਨਹੀਂ ਧੋ ਸਕਦਾ। ਮਤ ਧੁੱਪਣੀ ਹੈ ਪਰਮੇਸ਼ਰ ਦੇ ਨਾਮ ਨਾਲ, ਗੁਰੂ ਦੀ ਸੰਗਤ ਵਿੱਚ, ਗੁਰੂ ਦੀ ਸੇਵਾ ਵਿੱਚ। ਇਸ ਤੋਂ ਬਿਨਾਂ ਸਾਡੀ ਮਤ ਨਹੀਂ ਨਿਰਮਲ ਹੋ ਸਕਦੀ। ਭਾਈ ਤਨ ਦਾ ਜਿਹੜਾ ਧੋਣਾ ਇਹ ਪਾਣੀ ਹੀ ਧੋਵੇਗਾ, ਇਹਨੂੰ ਅਸਾਂ ਹੋਰ ਕੋਈ ਤਰੀਕਾ ਨਹੀਂ। ਪਰ ਜੇ ਮਤ ਨੂੰ ਧੋਣਾ ਆ ਤੇ ਭਾਈ ਉਹ ਧੋਪੈ ਨਾਵੇਂ ਕੈ ਰੰਗ, ਨਾਮ ਦੇ ਪ੍ਰੇਮ ਵਿੱਚ ਉਹ ਧੁੱਪਣੀ ਹੈ। ਕਵੀ ਜੀ ਆਖਦੇ ਸ੍ਰੀ ਗੁਰ ਪਗ ਹੈ ਸ਼ਾਂਤ ਸਰ, ਇਹ ਸ਼ਾਂਤੀ ਦਾ ਸਰੋਵਰ ਆ। ਮਨ ਮ੍ਰਿਗ ਤਿਸੇ ਮਿਲਾਏ, ਕਹਿੰਦੇ ਮੇਰਾ ਜਿਹੜਾ ਮਨ ਆ ਨਾ ਇਹ ਮ੍ਰਿਗ ਰੂਪੀ ਹੈ। ਕਹਿੰਦੇ ਇਸ ਵਿੱਚ ਇਸ਼ਨਾਨ ਕਰ ਲਵੇ। ਕਹਿੰਦੇ ਕਹੂੰ ਕਥਾ ਬਰ ਪਾਵਨੀ ਜਥਾ ਮੋਰ ਮਤ ਆਏ। ਕਹਿੰਦੇ ਮੈਂ ਉਹੀ ਬਿਆਨ ਕਰਾਂਗਾ ਜੋ ਕਹਿੰਦੇ ਸਤਿਗੁਰੂ ਜੀ ਕਢਾਉਣਗੇ, ਮੋਰ ਮਤ ਆਏ, ਜੋ ਗੁਰੂ ਜੀ ਮੈਨੂੰ ਮਤ ਦੇਣਗੇ। ਭਾਵੇ ਕਿ ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਇਹ ਕਵੀ ਜੀ ਲਿਖਦੇ ਹਨ ਜੀ। ਆਠਵੇਂ ਬਾਸਰ ਧਿਆਨ ਛੁਟਾ ਜਬ, ਦੇਹ ਬਿਖੇ ਤਬ ਹੀ ਸੁਧ ਆਈ। ਕਹਿੰਦੇ ਕੁਝ ਦਿਨ ਬੀਤੇ ਨੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਿਖੇ ਤਬ ਹੀ ਸੁਧ ਆਈ।
ਸਤਿਗੁਰੂ ਜੀ ਨੇ ਸਮਾਧੀ ਨੂੰ ਛੱਡਿਆ। ਇਸ ਤਰ੍ਹਾਂ ਕਵੀ ਜੀ ਲਿਖਦੇ ਹਨ ਜੀ। ਲੋਚਨ ਸੁੰਦਰ ਜਿਉ ਬਿਗਸੈ ਅਰ ਬਿੰਦ ਪ੍ਰਫੁੱਲਤ ਜਿਉ ਸ਼ਬ ਛਾਈ। ਕਹਿੰਦੇ ਪਾਤਸ਼ਾਹ ਦੇ ਨੇਤਰਾਂ ਵਿੱਚੋਂ, ਹੁਣ ਦੇਖੋ ਸਾਡੇ ਸਰੀਰ ਦੇ ਜਿਹੜੇ ਹਾਵ ਭਾਵ ਨੇ ਇਹੀ ਬਿਆਨ ਕਰ ਦਿੰਦੇ ਨੇ। ਬਹੁਤੀ ਦੁਨੀਆ ਜਿਹੜੀ ਹੈ ਅੱਜ ਇਸੇ ਕਰਕੇ ਸਰੀਰ ਦੇ ਹਾਵ ਭਾਵ ਤੋਂ ਹੀ ਕਈ ਜ਼ੁਲਮੀਆਂ ਨੂੰ ਫੜ ਲੈਂਦੀ ਹੈ, ਕਈ ਦੋਸ਼ੀਆਂ ਨੂੰ ਪਕੜ ਲੈਂਦੇ ਨੇ ਜਿਹੜੇ ਮਾਹਰ ਨੇ। ਅਸਲ ਵਿੱਚ ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਉਹਨਾਂ ਦਾ ਜੀਵਨ ਵੀ ਉਹਨਾਂ ਦੇ ਹਾਵ ਭਾਵ ਤੋਂ ਪਤਾ ਲੱਗ ਜਾਂਦਾ ਹੈ, ਉਹਨਾਂ ਦੇ ਜੀਵਨ ਦੇ ਹਾਵ ਭਾਵ ਤੋਂ। ਕਹਿੰਦੇ ਸਤਿਗੁਰਾਂ ਦੇ ਜਿਹੜੇ ਲੋਚਨ ਨੇ, ਅੱਖਾਂ ਜਿਹੜੀਆਂ ਨੇ, ਬਿਗਸੇ ਅਰਬਿੰਦ ਪ੍ਰਫੁੱਲ ਜਿਉ ਸਭ ਛਾਈ। ਕਹਿੰਦੇ ਗੁਰੂ ਚਰਨਾਂ ਵਿੱਚ ਜੁੜੇ ਹੋਏ ਕਈ ਰੱਬੀ ਪਿਆਰੇ ਐਸੇ ਹੁੰਦੇ ਨੇ ਜਿਨ੍ਹਾਂ ਦੇ ਨੇਤਰਾਂ ਵਿੱਚੋਂ ਜਿਉਂ-ਜਿਉਂ ਕੌਤਕ ਸੁਣਦੇ, ਬਾਣੀ ਸੁਣਦੇ, ਆਪਣੇ ਅੰਦਰ ਦੇਖਦੇ, ਝਾਤ ਮਾਰਦੇ ਨੇ, ਉਹਨਾਂ ਦਾ ਨੀਰ ਵਹਿ ਤੁਰਦਾ ਆ, ਉਹਨਾਂ ਦੇ ਅੱਖਾਂ ਵਿੱਚੋਂ ਜਲ ਵਹਿ ਤੁਰਦਾ ਆ। ਕਿਉਂ ਵਹਿ ਤੁਰਦਾ? ਕਿਉਂਕਿ ਅਸੀਂ ਉਸ ਭਾਵਨਾ ਨਾਲ ਬੈਠਦੇ ਨਹੀਂ ਆ। ਜਦੋਂ ਆਪਾਂ ਇਸ ਭਾਵਨਾ ਨਾਲ ਬੈਠਾਂਗੇ ਨਾ, ਕਦੇ ਬਾਣੀ ਨੂੰ ਸੁਣਾਂਗੇ, ਸੱਚੇ ਪਾਤਸ਼ਾਹ ਦੇ ਬਚਨ ਕੈਸੇ ਬਚਨ ਨੇ, ਜਦੋਂ ਉਹਨਾਂ ਦਾ ਜੀਵਨ ਕਿ ਆਪਾਂ ਪੜਾਂਗੇ ਸਾਡਾ ਜੀਵਨ ਕਿਹੋ ਜਿਹਾ, ਰੱਬ ਜੀ ਤੁਸੀਂ ਕਿਹੋ ਜਿਹੇ ਹੋ, ਪਰ ਅਸੀਂ ਬਣ ਕੇ ਕਿਹੋ ਜਿਹੇ ਬੈਠਦੇ ਹਾਂ। ਬਣ ਕੇ ਤਾਂ ਅਸੀਂ ਇਸ ਤਰ੍ਹਾਂ ਦੇ ਬੈਠਦੇ ਹਾਂ ਜਿਵੇਂ ਸਾਰੇ ਬ੍ਰਹਮ ਗਿਆਨੀ ਸਾਡੇ ਵਿੱਚ ਹੀ ਹੋਣ। ਬਣਨ ਦਾ ਅਸੀਂ ਇਹ ਯਤਨ ਕਰਦੇ ਹਾਂ, ਪਰ ਅਸਲ ਵਿੱਚ ਗੁਰੂ ਜਾਣਦਾ ਹੈ। ਗੁਰੂ ਨੇ ਐਸੇ ਕਈਆਂ ਦਾ ਪਾਜ ਉਘੇੜਿਆ, ਕੱਲਾ ਸੱਜਣ ਠੱਗ ਨਹੀਂ ਸੀ। ਜਿੰਨੇ ਜੋਗੀ ਸਨ ਇਹ ਵੀ ਦੁਨੀਆ ਦੇ ਉੱਤੇ ਠੱਗ ਹੀ ਬਣੇ ਹੋਏ ਸਨ। ਬਸ ਇੱਕ ਲਿਬਾਸ ਉਹਨਾਂ ਦਾ ਹੋਰ ਤਰ੍ਹਾਂ ਦਾ ਸੀ, ਇਹਨਾਂ ਦਾ ਦੂਸਰੇ ਤਰ੍ਹਾਂ ਦਾ ਸੀ। ਸਤਿਗੁਰੂ ਜੀ ਪਰਮੇਸ਼ਰ ਦੀ ਭਗਤੀ ਵਿੱਚੋਂ ਉੱਠੇ ਨੇ, ਪਰ ਮਨ ਅਜੇ ਵੀ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਹੈ ਜੀ। ਮੱਜਣ ਕੋ ਕਰ ਭੋਜਨ ਪਾਏ ਅਸੀਨੇ ਹੈ ਆਸਣ ਪੈ ਸੁਖਦਾਈ। ਇਸ ਤਰ੍ਹਾਂ ਪਾਤਸ਼ਾਹ ਨੇ ਮਜਨ ਕੋ ਕਰ, ਮਜਨ ਦਾ ਅਰਥ ਹੁੰਦਾ ਇਸ਼ਨਾਨ ਕੀਤਾ ਹੈ, ਭੋਜਨ ਛਕਿਆ। ਅਸੀਨੇ ਹੈ ਆਸਣ ਪੈ ਸੁਖਦਾਈ। ਹੁਣ ਸਤਿਗੁਰੂ ਜੀ ਇਸ਼ਨਾਨ ਕਰਕੇ ਪ੍ਰਸ਼ਾਦਾ ਛਕ ਕੇ ਉਸ ਆਸਣ ਤੇ ਆ ਬੈਠੇ ਨੇ ਜਿੱਥੇ ਹਰ ਰੋਜ਼ ਬੈਠ ਕੇ ਕਥਾ ਸੁਣਦੇ ਹਨ ਜੀ। ਦੇਹ ਸੱਜੇ ਤਨ ਸ਼ਾਂਤ ਤਰਾ ਕੇ ਖਿਮਾ ਇਹ ਆਪਣੋ ਬੇਖ ਬਣਾਈ। ਕਹਿੰਦੇ ਪਾਤਸ਼ਾਹ ਮਹਾਰਾਜ ਜੀ ਦੇਹ ਸਜੇ ਤਨ ਸ਼ਾਂਤ ਧਰਾ। ਕਹਿੰਦੇ ਸਰੀਰ ਜਿਹੜਾ ਹੈ ਬੜਾ ਪਰਮੇਸ਼ਰ ਦੇ ਵਿੱਚ ਜੁੜਿਆ ਹੋਇਆ, ਕੱਪੜੇ ਸੁੰਦਰ ਪਾਏ ਨੇ। ਕਹਿੰਦੇ ਸ਼ਾਂਤੀ ਦੇ ਸਰੀਰ ਜਿਵੇਂ ਕੋਈ ਆ ਕੇ ਬੈਠਾ, ਇੰਨੀ ਸ਼ਾਂਤ ਚਿੱਤ ਨੇ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਵਿੱਚ ਜੁੜੇ ਹੋਏ ਕਿ ਖਿਮਾ ਇਹ ਆਪਣੋ ਬੇਖ ਬਣਾਈ। ਖਿਮਾ ਨੇ ਆਪਣਾ ਆਪਣਾ ਰੂਪ ਬਣਾ ਕੇ ਬੈਠੇ ਹੋਣ। ਭਾਵ ਇਹ ਕਿ ਸਤਿਗੁਰੂ ਜੀ ਇਸ ਤਰ੍ਹਾਂ ਬੈਠੇ ਨੇ ਜਿਵੇਂ ਆਪਾਂ ਰੋਜ਼ ਬਚਨ ਪੜ੍ਹਦੇ ਆ ਨਾ। ਇਹ ਵੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਾਰੇ ਆਖੇ ਨੇ ਕਿ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀ ਹੈ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਐਸਾ ਰੂਪ ਬਣਾ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬੈਠੇ ਹਨ ਜੀ। ਸ਼ਰੋਤਾ ਬਕਤਾ ਜੇ ਹੋਤੇ ਲੀਨੇ ਸਰਬ ਹੰਕਾਰ। ਇਹ ਸ਼ਬਦ ਹਕਾਰ, ਹਕਾਰ ਦਾ ਅਰਥ ਹੋਰ ਹੁੰਦਾ ਹੈ, ਹੰਕਾਰ ਦਾ ਅਰਥ ਜਿਹੜਾ ਹੋਰ ਹੁੰਦਾ ਹੈ। ਭਾਵੇਂ ਉਹਨਾਂ ਲਫ਼ਜ਼ਾਂ ਦਾ ਅਰਥ ਹੈ, ਸ਼ਬਦ ਹੈ, ਪਰ ਹਾਹੇ ਦੇ ਉੱਪਰ ਟਿੱਪੀ ਨਹੀਂ। ਜੇ ਟਿੱਪੀ ਹੋਵੇਗੀ ਫਿਰ ਬਣੇਗਾ ਹੰਕਾਰ। ਇੱਥੇ ਹਾਹਾ ਕੱਕੇ ਕੰਨਾ ਰਾਰਾ, ਹਕਾਰ ਤੋਂ ਭਾਵੇਂ ਹਕਾਰ ਬੁਲਾ ਲੈਣਾ। ਕਹਿੰਦੇ ਹੁਣ ਜਿੰਨੇ ਸਰੋਤੇ ਨੇ, ਸਰੋਤੇ ਇਕੱਲੇ ਨਹੀਂ ਨੇ, ਬਖਤਾ ਵੀ ਨੇ, ਵਿਚਾਰ ਕਰਨ ਵਾਲੇ ਵੀ ਨੇ, ਸਾਰੇ ਜੋ ਹੋਤੇ ਲੀਨੇ ਸਰਬ ਹਕਾਰ, ਸਾਰਿਆਂ ਨੂੰ ਬੁਲਾਉਣਾ ਕੀਤਾ ਹੈ ਜੀ। ਬੋਲੇ ਸ਼੍ਰੀ ਅੰਗਦ ਗੁਰੂ ਕਥਾ ਸੁਨਨ ਧਰ ਪਿਆਰ। ਕਹਿੰਦੇ ਸਾਰਿਆਂ ਨੂੰ ਜਿਹੜਾ ਬੁਲਾਇਆ ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੁਲਾਇਆ। ਸਾਰਿਆਂ ਨੂੰ ਆਖਿਆ ਕਿ ਹੁਣ ਗੁਰੂ ਦੀ ਕਥਾ ਸੁਣਨੀ ਹੈ। ਆਪਣੇ ਹਿਰਦੇ ਦੇ ਅੰਦਰ ਪਿਆਰ ਧਾਰਨ ਕਰਕੇ, ਸ਼ਰਧਾ ਧਾਰਨ ਕਰਕੇ, ਪ੍ਰੇਮ ਧਾਰਨ ਕਰਕੇ ਬੈਠਣ ਵਾਸਤੇ ਆਖਦੇ ਹਨ ਜੀ। ਐਸੇ ਗੁਰੂ ਭਾਖੀ ਬਾਲਾ ਕਹੋ ਅਬ ਸਾਖੀ ਇਹ ਹੋਈ ਹੈ ਹਦੂਰ ਤੇਰੇ ਸਰਬ ਸੋ ਕਹੀ ਜੀਐ। ਕਵੀ ਜੀ ਲਿਖਦੇ ਇਸ ਤਰ੍ਹਾਂ, ਐਸੇ ਗੁਰ ਭਾਖੀ ਬਾਲਾ ਕਹੋ ਅਬ ਸਾਖੀ ਇਹ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਬਾਲੇ ਜਿਹੜੀ ਸਾਖੀ ਚੱਲ ਰਹੀ ਸੀ, ਕਿਹੜੀ ਸਾਖੀ ਚੱਲ ਰਹੀ ਸੀ? ਸਿੱਧਾਂ ਦੇ ਨਾਲ ਵਿਚਾਰਾਂ ਹੋ ਰਹੀਆਂ ਨੇ। ਗੋਰਖਨਾਥ ਆਪਣੇ ਵੱਖਰੇ ਵੱਖਰੇ ਚੇਲੇ ਭੇਜਦਾ ਹਰ ਰੋਜ਼ ਵਿਚਾਰ ਕਰਨ ਵਾਸਤੇ। ਕਹਿੰਦੇ ਉਹ ਸਾਖੀ ਜਿੱਥੇ ਸਮਾਪਤ ਹੋਈ ਸੀ ਉਸ ਤੋਂ ਅੱਗੇ ਸ਼ੁਰੂ ਕਰਨ ਵਾਸਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਆਖਦੇ ਹਨ ਜੀ। ਸੁਦਾ ਇਤਿਹਾਸ ਗੁਰ ਆਵਾ ਤੁਝ ਪਾਸ ਸਭ, ਔਰ ਕੋ ਸੁਨਾਹੇ ਨਾ ਅਕਾਏ ਨਿਤ ਪੀਜੀਐ। ਕਵੀ ਜੀ ਲਿਖਦੇ ਸੁਦਾ ਇਤਿਹਾਸ। ਸੁਦਾ ਦਾ ਅਰਥ ਪਤਾ ਕੀ ਹੁੰਦਾ ਹੈ? ਅੰਮ੍ਰਿਤ। ਅੰਮ੍ਰਿਤ ਕਹਿੰਦੇ ਗੁਰੂ ਦਾ ਜਿਹੜਾ ਇਤਿਹਾਸ ਹੈ ਨਾ, ਗੁਰੂ ਦਾ ਜਿਹੜਾ ਉਪਦੇਸ਼ ਆ, ਕਹਿੰਦੇ ਗੁਰੂ ਦੀ ਜਿਹੜੀ ਕਥਾ ਆ, ਇਹ ਅੰਮ੍ਰਿਤ ਆ। ਕਹਿੰਦੇ ਸੁਦਾ ਇਤਿਹਾਸ ਗੁਰ ਆਵਾ ਤੁਝ ਪਾਸ ਸਭ, ਔਰ ਕੋ ਸੁਨਾਏ ਨਾ ਅਕਾਏ ਨਿਤ ਪੀਜੀ ਹੈ। ਕਹਿੰਦੇ ਇਹ ਜਿਹੜਾ ਅੰਮ੍ਰਿਤ ਹੈ, ਕਥਾ ਦਾ ਅੰਮ੍ਰਿਤ ਹੈ, ਭਾਵੇਂ ਇਤਿਹਾਸ ਨੂੰ ਸੁਣਦਾ ਭਾਵੇਂ ਬਾਣੀ ਨੂੰ ਸੁਣਦਾ ਹੋਵੇ, ਇਹ ਅੰਮ੍ਰਿਤ ਹਰ ਰੋਜ਼ ਪੀਣਾ ਹੈ। ਇੱਕ ਅੰਮ੍ਰਿਤ ਉਹ ਹੈ ਜਿਹੜਾ ਕਲਗੀਧਰ ਪਿਤਾ ਮਹਾਰਾਜ ਜੀ ਨੇ ਸਾਨੂੰ ਕੇਸਗੜ੍ਹ ਦੀ ਧਰਤੀ ਤੇ ਬਖਸ਼ਿਸ਼ ਕੀਤਾ ਆ। ਉਹਨੂੰ ਆਪਾਂ ਖੰਡੇ ਦਾ ਅੰਮ੍ਰਿਤ ਆਖਦੇ ਆ, ਖੰਡੇ ਕੀ ਪੌਲ ਆਖਦੇ ਆ। ਉਹ ਜਿੱਥੇ ਸਿੱਖ ਵਾਸਤੇ ਲੈਣੀ ਜ਼ਰੂਰੀ, ਉੱਥੇ ਭਾਈ ਆ ਜਿਹੜਾ ਅੰਮ੍ਰਿਤ ਹੈ ਨਾ, ਵਿਚਾਰ ਦਾ, ਕਥਾ ਦਾ, ਬਾਣੀ ਦਾ, ਇਹ ਸੰਗਤ ਦੇ ਵਿੱਚ ਆ ਕੇ ਜਿਹੜਾ ਆਪਾਂ ਪ੍ਰਾਪਤ ਕਰਦੇ ਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ ਇਹ ਅੰਮ੍ਰਿਤ ਆਪਾਂ ਹਰ ਰੋਜ਼ ਪੀਣਾ ਹੈ। ਇਹ ਅੰਮ੍ਰਿਤ ਜਿਹੜਾ ਆ ਇਹ ਹਰ ਰੋਜ਼ ਛਕਣਾ ਹੈ ਜੀ। ਬਾਲਾ ਕਹੇ ਐਸੇ ਹੋਈ ਬੋਹੇ ਢਿਗ ਬੈਸੇ ਸਭ, ਜੈਸੀ ਬਿਦ ਭਈ ਤੈਸੋ ਬਰਨੋ ਸੁਣੀ ਜੀਐ। ਭਾਈ ਬਾਲਾ ਜੀ ਕਹਿਣ ਲੱਗੇ, ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਮੈਂ ਸਤਿਗੁਰਾਂ ਦੇ ਨਾਲ ਸੀ, ਜਿਵੇਂ ਜਿਵੇਂ ਇਹ ਵਾਰਤਾ ਹੋਈ ਸਿੱਧਾਂ ਦੇ ਨਾਲ, ਹੁਣ ਮੈਂ ਤੁਹਾਨੂੰ ਸੁਣਾਉਣੀ ਕਰਾਂਗਾ ਕਿਵੇਂ ਭਾਈ ਬਾਲਾ ਜੀ ਇਹ ਲੋਹਾ ਰੀਪਾ ਦੀ ਸਾਖੀ ਜਾਂ ਅੱਗੇ ਜਿਹੜੇ ਹੋਰ ਸਤਿਗੁਰਾਂ ਦੇ ਨਾਲ ਭੰਗਰਨਾਥ ਵਿਚਾਰ ਕਰਨ ਵਾਸਤੇ ਆਉਂਦਾ ਹੈ, ਇਹ ਸਾਰਾ ਇਤਿਹਾਸ ਆਪਾਂ ਅਗਲੀ ਵਿਚਾਰ ਵਿੱਚ ਸੁਣਨ ਦਾ ਯਤਨ ਕਰਾਂਗੇ। ਹੋਈਆਂ ਭੁੱਲਾਂ ਆਪ ਸੰਗਤਾਂ ਸਤਿਗੁਰੂ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ